PBC ਨਿਊਜ਼ ਦੇ ਤੁਹਾਡਾ ਸਵਾਗਤ ਹੈ। ਮੈਂ ਗੁਰਲਾਲ ਸਿੰਘ। ਪੰਜਾਬ ਦੇ ਵਿੱਚ ਜਿਵੇਂ ਗੱਲ ਕਰਦੇ ਹਾਂ, ਆਰਥਿਕ ਵਿਵਸਥਾ ਤਾਂ ਜ਼ਰੂਰ ਕਿਸਾਨਾਂ 'ਤੇ ਨਿਰਭਰ ਕਰਦੀ। ਉਹ ਕਿਉਂ ਹੈ ਕਿ ਸਭ ਤੋਂ ਵੱਡਾ ਜਿਹੜਾ ਐਗਰੀਕਲਚਰ ਸੈਕਟਰ ਹੈ, ਪਰ ਜਿੱਥੇ ਸਮੇਂ ਸਿਰ ਹੁਣ ਇਲੈਕਸ਼ਨ ਵੀ ਨੇੜੇ ਆਉਣ ਵਾਲੇ ਹੈ, ਬੜੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਇਹਦੇ ਉੱਤੇ ਰੱਜ ਕੇ ਸਿਆਸਤ ਕਰਦੇ ਆ, ਪਰ ਜਦੋਂ ਸਰਕਾਰ ਬਣ ਜਾਂਦੀ ਹੈ ਕਿਸਾਨ ਵਿਚਾਰੇ ਉਵੇਂ ਦੇ ਉਵੇਂ ਰੁਲਦੇ ਆ, ਭੋਲੇ ਹੈ। ਕੀ ਕਰੀਏ, ਕਿਸਾਨਾਂ ਦਾ ਜਿਹੜਾ ਜਿਉਣਾ ਹੀ ਇਸ ਤਰੀਕੇ ਦਾ। ਪਰ ਉੱਥੇ ਹੀ ਕੁਝ ਅੱਜ ਜਿਹੜਾ 70,000 ਏਕੜ ਦਾ ਰਕਬੇ ਦਾ ਜਿਹੜਾ ਕਹਿ ਲਈਏ ਮਾਲਕਾਨੀ ਦਾ ਜਿਹੜਾ ਉਸਦੇ ਚਰਚਾ ਅਸੀਂ ਕਰਾਂਗੇ ਕਿ ਕਿਸ ਤਰੀਕੇ ਨਾਲ ਕਿਸਾਨਾਂ ਦੇ ਨਾਲ ਜਿਹੜੀ ਇਹ ਵੱਡੀ ਦੁਬਿਧਾ ਜਾਂ ਕਿਸ ਵਿੱਚੋਂ ਅਜੇ ਤੱਕ ਨਿਕਲ ਨਹੀਂ ਪਾਏ, ਚਾਹੇ ਉਹ ਕਾਨੂੰਨ ਵੀ ਬਣ ਚੁੱਕਿਆ। ਉਸ 'ਤੇ ਸਾਡੇ ਨਾਲ ਖਾਸ ਚਰਚਾ ਕਰਨ ਵਾਸਤੇ ਬਲਾਕ ਸਿੱਧੂਪੁਰ ਦੇ ਜਿਹੜੇ ਪ੍ਰਧਾਨ ਹੈ ਗੁਰਸੇਵਕ ਸਿੰਘ ਧਾਲੀਵਾਲ ਸਾਡੇ ਨਾਲ ਹੈ। ਗੁਰਸੇਵਕ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ PBC। ਧੰਨਵਾਦ ਜੀ ਤੁਹਾਡਾ, ਤੁਹਾਡੇ ਸਾਰੇ ਸਰੋਤਿਆਂ ਦਾ, ਪੰਜਾਬੀਆਂ ਦਾ, ਦੇਸ਼ ਵਿਦੇਸ਼ ਵੱਜਦੇ ਸਾਰੇ ਦਾ ਧੰਨਵਾਦ ਜੀ। ਗੁਰਸੇਵਕ, 70,000 ਏਕੜ ਰਕਬੇ ਦੀ ਮੈਂ ਗੱਲ ਕੀਤੀ ਹੈ, ਅਸਲ 'ਚ ਹੈ ਕਿ ਕਿੱਥੋਂ ਸ਼ੁਰੂਆਤ ਹੁੰਦੀ ਹੈ, ਕਿੱਥੇ ਖਤਮ ਹੁੰਦਾ ਜਿਹੜਾ ਰਕਬਾ? ਦੇਖੋ ਜੀ, ਇਹ ਜਿਹੜੀ ਪਾਲਿਸੀ ਆ ਇਹ 2007 ਦੇ ਵਿੱਚ ਆਈ ਸੀ, ਪਰ ਇਹਦੀ ਬੈਗ ਥੋੜੀ ਜਿਹੀ ਚਲੀ ਜਾਈਏ ਤੇ ਐਕਟ 1976 'ਚ ਬਣਿਆ ਸੀ। ਸਮੇਂ-ਸਮੇਂ ਸਿਰ ਪਾਲਿਸੀ ਆਉਂਦੀ ਰਹੀ, ਸਮੇਂ-ਸਮੇਂ ਸਿਰ ਲੋਕਾਂ ਨੇ ਗੌਰਮੈਂਟ ਨੂੰ ਪੈਸੇ ਭਰ ਕੇ ਸੈਂਟਰ ਗੌਰਮੈਂਟ ਦੀਆਂ ਜ਼ਮੀਨਾਂ ਨੇ ਸਮੇਂ-ਸਮੇਂ ਸਿਰ ਆਪਣੇ ਸਿਰ ਮਾਲਕੀ ਕਰਵਾਈਆਂ ਆਪਣੇ ਨਾਮ। ਉਹ ਚਾਹੇ 76 'ਚ ਹੋਣ, ਚਾਹੇ 99 'ਚ ਹੋਣ, ਚਾਹੇ 92 'ਚ ਹੋਣ, ਜਾਂ 98 'ਚ ਹੋਣ, ਚਾਹੇ 2002 'ਚ ਹੋਣ। ਉਸ ਤੋਂ ਬਾਅਦ ਆਈ 2007 ਦੀ ਪਾਲਿਸੀ। ਉਹ ਸੈਂਟਰ ਗੌਰਮੈਂਟ ਦੀ ਪੈਲੀ ਹੈ, ਸੈਂਟਰ ਗੌਰਮੈਂਟ ਦੀ, ਇਕੱਲੀ ਸੈਂਟਰ ਗੌਰਮੈਂਟ ਦੀ ਜ਼ਮੀਨ। ਉਹ ਸੈਂਟਰ ਗੌਰਮੈਂਟ ਦੀਆਂ ਉਹਦੇ ਸ਼ਰਤਾਂ ਕੀ ਸੀ ਚਿੱਠੀ ਦੇ ਵਿੱਚ ਵੀ ਜਿਹਦੇ ਕੋਲੇ 7 ਸਾਲ ਦੀ ਗਰਦੌਰੀ ਹੈ, ਉਹ 7 ਸਾਲ ਦੀ ਗਰਦੌਰੀ ਦਾ ਲਗਾਨ ਭਰੇ ਸਰਕਾਰ ਨੂੰ। ਮੰਨ ਲਓ ਜਿਹਨੂੰ ਆਪਾਂ ਠੇਕਾ ਵੀ ਕਹਿ ਸਕਦੇ ਪੰਜਾਬੀ 'ਚ, ਵੀ ਲਗਾਨ ਭਰੇ। ਉਹ ਆ ਭਰਿਆ ਵੀ ਹੋਇਆ, ਲੋਕਾਂ ਨੇ ਇਹ ਦਿਖਾ ਸਕਦੇ ਤੁਸੀਂ, ਉਹ ਲਗਾਨ ਭਰਿਆ। ਫਿਰ ਦੂਸਰੀ ਸ਼ਰਤ ਸੀ ਕਿ ਪ੍ਰਤੀ ਏਕੜ 15,000 ਰੁਪਈਆ ਸਟੇਟ ਬੈਂਕ 'ਚ ਤਾਰ ਕੇ ਕਿਸਾਨ ਆਪਦੇ ਨਾਲ ਰਜਿਸਟਰੀ ਕਰਵਾ ਸਕਦਾ। ਉਹ ਵੀ ਜਿਹੜਾ ਵੀ ਆ ਦੇਖ ਲਓ ਵੀ ਉਹ ਵੀ ਭਰਿਆ ਹੋਇਆ। ਫਿਰ ਉਹ 15,000 ਰੁਪਈਆ ਭਰ ਲਿਆ। ਫਿਰ ਲੋਕਾਂ ਨੇ ਆਪਣੇ ਨਾਮ ਰਜਿਸਟਰੀਆਂ ਕਰਾਈਆਂ, ਫਿਰ ਇੰਤਕਾਲਾਂ ਕਰਵਾਈਆਂ। ਪਰ ਗੁਰਸੇਵਕ ਜੀ, ਗੱਲ ਇੱਥੇ ਚਰਚਾ ਦੀ ਇਹ ਹੈ, ਇਹ ਫਿਰ ਰਜਿਸਟਰੀ ਟੁੱਟ ਕਿਵੇਂ ਗਈ? ਅਗਰ ਜੇ ਨਾਮ ਤੇ ਚੜੀ ਹੋਈ ਮਾਲਕਾਨੀ ਉਹ ਕਿਵੇਂ ਲੈ ਗਈ? ਇਹ ਦੇਖੋ ਜੀ, ਇੰਤਕਾਲ ਪਹਿਲੋਂ ਨਾ ਪੁਰਾਣੇ ਬਜ਼ੁਰਗ ਇਹ ਕਹਿੰਦੇ ਹੁੰਦੇ ਵੀ ਕਿਸੇ ਨਾਲ ਇੰਤਕਾਲ ਚੜ ਜੇ ਤੇ ਉਹ ਰੱਦ ਨਹੀਂ ਹੁੰਦੀ। ਸਾਡੇ ਨਾਲ ਤਾਂ 6-6 ਸਾਲ ਬਾਅਦ ਟੁੱਟ ਗਈ, ਇੰਤਕਾਲ ਹੋਈ। ਜਿਹੜੀ ਸਰਕਾਰ ਨੇ ਤੋੜਤੀ। ਦੇਖੋ ਇਹਦਾ ਵੀ ਇੱਕ ਵੱਡਾ ਪੱਖ ਸੀ ਵੀ ਜਿਹੜੀ 2007 ਦੀ ਪਾਲਿਸੀ ਸੀ, ਉਹ ਪਾਲਿਸੀ ਤਾਂ ਸਿਰਫ ਕਿਸਾਨਾਂ ਲਈ ਸੀ ਤੇ ਬਾਰਡਰ ਬਿਲਟ ਦੇ ਲੋਕਾਂ ਲਈ। ਉਹਦੇ ਵਿੱਚ ਗੁਰਦਾਸਪੁਰ ਜ਼ਿਲ੍ਹਾ ਆਉਂਦਾ ਸੀ ਬਾਰਡਰ ਬਿਲਟ ਤੇ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਅਬੋਹਰ, ਜਲਾਲਾਬਾਦ, ਇਹ ਬਹੁਤ ਸਾਰੀ ਬਾਰਡਰ ਬਿਲਟ ਤੇ ਜ਼ਮੀਨ ਹੈ ਜਿਹੜੀ ਸੈਂਟਰ ਗੌਰਮੈਂਟ ਦੀ ਪਈ ਸੀ। ਉਹ ਜ਼ਮੀਨ ਕਿੱਦਾਂ ਦੀ ਸੀ? ਉਹਦੇ ਵਿੱਚ ਘਾਹ ਬੂਟ ਖੜਾ ਸੀ, ਤੇ ਜਦੋਂ ਘਾਹ ਬੂਟ ਖੜਾ ਸੀ, ਜੰਗਲ ਬੀਆਬਾਨ ਜਿਹਾ ਖੜਾ ਸੀ, ਉੱਧਰ ਤੋਂ ਲੰਘਣੋਂ ਵੀ ਡਰ ਲੱਗਦਾ ਸੀ। ਸੈਂਟਰ ਗੌਰਮੈਂਟ ਨੇ ਕਿਹਾ ਵੀ ਇਹ ਜਿਹੜੀ ਕਿਸਾਨ ਜਿਹੜੀ ਆਪਣੀ ਕਾਸ਼ਤਕਾਰ ਲਈ ਜ਼ਮੀਨ ਵਰਤ ਸਕਦੇ ਨੇ, ਇਹ ਘਾਹ ਬੂਟ ਪੱਟ ਕੇ ਆਪਦੀ ਜਿਹੜੀ ਖੇਤੀਬਾੜੀ ਇੱਥੇ ਕਰ ਸਕਦੇ ਨੇ। ਲੋਕਾਂ ਨੇ ਕੀਤੀ, ਲੋਕਾਂ ਨੇ ਉਹ ਸਰਕਾਰ ਦੇ ਪਾਲਿਸੀ ਤਹਿਤ ਹੀ ਲੋਕਾਂ ਨੇ ਆਪਣੇ ਨਾਲ ਗਰਦੌਰੀਆਂ ਕਰਵਾਈਆਂ। ਚਲੋ ਜਦੋਂ 7 ਦੀ ਪਾਲਿਸੀ ਆਈ, ਰਜਿਸਟਰੀਆਂ ਕਰਵਾ ਲਈਆਂ। ਹੋਇਆ ਕੀ, ਹੋਣਾ ਨਹੀਂ ਚਾਹੀਦਾ ਇਹ ਜਿੰਜ ਹੋਇਆ ਵੀ ਉਹ ਜਿਹੜੀ ਪਾਲਿਸੀ ਦੇ ਤਹਿਤ ਹਮਾਲੀ ਦੀ 9 ਕਿੱਲੇ ਜ਼ਮੀਨ, 2007 ਦੀ ਪਾਲਿਸੀ ਜਿਹੜੀ ਸਰਕਾਰ ਦੀ ਪਾਲਿਸੀ, ਜਿਹਦੇ ਵਿੱਚ ਅਸੀਂ ਰਜਿਸਟਰੀਆਂ ਸਰਕਾਰ ਦੀ ਪਾਲਿਸੀ ਤਹਿਤ ਕਰਾਈਆਂ, ਜਿਹੜੀ ਸ਼ਾਮਲਾਟ ਜ਼ਮੀਨ ਸੀ ਉਹ ਇਸ ਪਾਲਿਸੀ ਤਹਿਤ ਪੱਕੀ ਨਹੀਂ ਹੋ ਸਕਦੀ ਸੀ। ਪਰ ਹਮਾਲੀ ਦੀ 9 ਕਿੱਲੇ ਜ਼ਮੀਨ ਇਸੇ ਪਾਲਿਸੀ ਤਹਿਤ ਪੱਕੀ ਕਰਵਾਈ ਗਈ। ਤੇ ਉਹ ਕਰਵਾਈ ਕਿੰਨੇ? ਸ਼ਾਮਲਾਟ ਜ਼ਮੀਨ ਪੱਕੀ ਨਹੀਂ ਹੋ ਸਕਦੀ, ਲੇਕਿਨ ਇਹਦੇ ਤਹਿਤ ਪੱਕੀ ਕਰਵਾ ਲਈ। ਹਾਂ, ਇਹ ਕਾਨੂੰਨ ਦੀ ਆੜ ਲਈ ਗਈ। ਇਹ ਮਤਲਬ ਸਿਆਸਤ ਇਨਵੋਲਵਮੈਂਟ ਕਹਿ ਸਕਦੇ ਹਾਂ। ਬਿਲਕੁਲ ਜੀ, ਸਿਆਸਤ ਦੇ ਬੰਦਿਆਂ ਦੇ ਮਤਲਬ ਮਾੜੇ ਮੋੜ ਬੰਦੇ ਦੀ ਤਾਂ ਕਿੱਥੇ ਕੋਈ ਗੱਲ ਸੁਣਦਾ। ਵੱਡੇ ਲੀਡਰਾਂ ਦੇ ਕਹਿਣ ਤੇ ਜਾਂ ਵੱਡੇ ਸਿਆਸਤਦਾਨਾਂ ਦੇ ਕਹਿਣ ਤੇ ਜਾਂ ਸਿਆਸਤਦਾਨਾਂ ਨੇ ਆਪਣੇ ਨਾਂ ਕਰਵਾ ਲਈ। ਉਹ ਹੋਇਆ ਕਿ ਜਦੋਂ 9 ਕਿੱਲੇ ਇਸੇ ਆ ਕਾਨੂੰਨ ਦੀ ਆੜ ਲੈ ਕੇ ਕਰਵਾਈ, ਤੇ ਉਹ ਭਣਕ ਕਿਤੇ ਕੁਲਦੀਪ ਸਿੰਘ ਦੇ ਨਾਂ ਦਾ ਬੰਦਾ ਜਗਰਾਉਂ ਦਾ, ਉਹਨੂੰ ਲੱਗੀ। ਉਹ ਕੋਰਟ ਪਹੁੰਚ ਗਿਆ। ਕੋਰਟ ਪਹੁੰਚੇ ਤੇ ਉਹਨੇ ਪਾਲਿਸੀ ਨੂੰ ਇੱਕ ਕੋਰਟ ਦੇ ਵਿੱਚ ਕਿਹਾ ਵੀ ਆਹ ਜਿਹੜੀ ਹੈ ਪਾਲਿਸੀ ਤਹਿਤ 9 ਕਿੱਲੇ ਜ਼ਮੀਨ ਹਮਾਲੀ ਦੀ ਪੱਕੀ ਹੋਈ ਕਰੋੜਾਂ ਅਰਬਾਂ ਦੀ, ਇਹ ਪਾਲਿਸੀ ਤਹਿਤ ਨਹੀਂ ਆਉਂਦੀ, ਇਹ ਧੱਕੇ ਨਾਲ ਕਰਵਾਈ ਹੋਈ ਜ਼ਮੀਨ ਹੈ ਕਿ ਇਹ ਨਹੀਂ ਇਹ ਪਾਲਿਸੀ ਦੇ ਅਧੀਨ ਆਉਂਦੀ। ਪਰ ਉੱਥੇ ਜਾ ਕੇ ਸਰਕਾਰ ਨੇ ਆਪਦਾ ਪੱਖ ਦੇਣਾ ਸੀ, ਕੋਰਟ ਦੇ ਵਿੱਚ ਵਕੀਲਾਂ ਨੇ ਉਹਨਾਂ ਸਹੀ ਪੱਖ ਨਹੀਂ ਦਿੱਤਾ, ਕਿਉਂਕਿ ਉਹ ਸਰਕਾਰ ਦੇ ਕਹਿਣ 'ਤੇ ਚੱਲਦੇ ਸਰਕਾਰੀ ਵਕੀਲ ਜਿਹੜੇ ਸਰਕਾਰ ਦੇ ਹੁੰਦੇ ਆ, ਉਹਨਾਂ ਸਹੀ ਪੱਖ ਨਹੀਂ ਦਿੱਤਾ। ਕੋਰਟ ਨੇ ਤਾਂ ਤੋੜਨੀ ਸੀ ਉਹ 9 ਕਿੱਲੇ ਜ਼ਮੀਨ, ਪਰ ਕੋਰਟ ਨੇ ਪਾਲਿਸੀ ਰੱਦ ਕਰਤੀ। 2000 ਦੀ ਪਾਲਿਸੀ ਜਦੋਂ ਰੱਦ ਹੋਈ ਤੇ 70,000 ਕਿੱਲਾ ਕਿਸਾਨਾਂ ਨੂੰ ਇੰਤਕਾਲਾਂ ਕੈਂਸਲ ਹੋ ਗਈਆਂ। ਪਰ ਜਿਹੜਾ ਪੈਸਾ ਕਿਸਾਨਾਂ ਨੇ ਤਾਰਿਆ ਉਹ ਤਾਂ ਸਰਕਾਰ ਦੇ ਗੌਰਮੈਂਟ ਦੇ ਖਾਤੇ ਗਿਆ ਹੋਇਆ ਜੀ। ਮੈਂ ਉਹੀ ਗੱਲ ਕਹਿ ਰਿਹਾ, ਉਹ ਤਾਂ ਗੌਰਮੈਂਟ ਨੂੰ ਪੈਸੇ ਦਿੱਤੇ, ਦੇ ਕੇ ਸਭ ਕੁਝ ਕਰਵਾਇਆ, ਗੌਰਮੈਂਟ ਦੀ ਪਾਲਿਸੀ ਤਹਿਤ ਕਰਾਇਆ। ਪਰ ਇਹ ਨਹੀਂ ਅੱਜ ਹੋਇਆ। ਮੈਂ ਤੁਹਾਨੂੰ ਪਿੱਛੇ ਪਾਲਿਸੀਆਂ ਗਣਾਈਆਂ ਵੀ ਕਦੋਂ ਆਈਆਂ, ਉਹਨਾਂ ਦੇ ਵਿੱਚ ਬਹੁਤ ਵੱਡੇ ਏਰੀਏ ਪੱਕੇ ਹੋਏ ਨੇ ਕਿ ਉਦੋਂ ਹੋ ਸਕਦਾ ਇਹ 70,000 ਕਿੱਲੇ ਤੋਂ ਜ਼ਿਆਦਾ ਵੱਡੇ। ਜੀ, ਉਹ ਜਿਸ ਇਨਸਾਨ ਨੇ ਜਿਹੜਾ ਕੇਸ ਕੀਤਾ ਜਾਂ ਪਟੀਸ਼ਨ ਪਾਈ, ਉਹਨੇ ਫਿਰ ਇਸ ਮੁੱਦੇ ਤੇ ਫਿਰ ਇਹ ਕਿਸਾਨਾਂ ਦਾ ਕੀ ਬਣਿਆ?
ਦੇਖੋ ਉਹ ਜਦੋਂ ਪਾਲਿਸੀ ਕੈਂਸਲ ਕਰਤੀ ਨਾ, ਉਹਨੇ ਕੋਰਟ ਦੇ ਵਿੱਚ ਉਹ ਕੁਲਦੀਪ ਸਿੰਘ ਨੇ ਐਫੀਡੇਵਿਟ ਦਿੱਤਾ ਵੀ ਜਿਹੜਾ ਤੁਸੀਂ ਬਾਰਡਰ ਬਿਲਟ ਤੋੜਤਾ 70,000 ਕਿੱਲਾ, ਇਹਦੇ ਨਾਲ ਮੇਰਾ ਕੋਈ ਰੌਲਾ ਹੀ ਨਹੀਂ, ਇਹ ਸਹੀ ਸਿਰਫ ਸ਼ਾਮਲਾਟ ਨਾਲ ਮਸਲਾ ਸੀਗਾ। ਸ਼ਾਮਲਾਟ ਤੇ ਸਹੀ, ਇਹ ਤੇ ਕਿਸਾਨਾਂ ਦੀ ਸਹੀ ਜ਼ਮੀਨ ਆ, ਪਾਲਿਸੀ ਤਹਿਤ ਪੱਕੀ ਹੋਈ ਆ, ਕਿਸਾਨਾਂ ਨੇ ਸਰਕਾਰ ਨੂੰ ਪੈਸੇ ਦਿੱਤੇ ਆ, ਇਹਦੇ ਨਾਲ ਮੇਰਾ ਕੋਈ ਰੌਲਾ ਨਹੀਂ। ਫਿਰ 2015 'ਚ ਜਦੋਂ ਪਾਲਿਸੀ ਕੈਂਸਲ ਹੁੰਦੀ ਹੈ ਤੇ ਐਸੇ ਫਿਰੋਜ਼ਪੁਰ ਦੇ ਵਿੱਚ ਧਰਨੇ ਮੁਜ਼ਾਹਰੇ ਪੰਜਾਬ ਦੇ ਵਿੱਚ ਹੁੰਦੇ ਨੇ, ਤੇ ਅਕਾਲੀ ਦਲ ਦੀ ਗਵਰਨਮੈਂਟ ਸੀ ਉਦੋਂ, ਤੇ ਫਿਰ ਉਹ ਅਕਾਲੀ ਦਲ ਨੇ ਕੀਤਾ ਕਿ ਵੀ ਕਾਨੂੰਨ ਬਣਾਤਾ ਇਸੇ ਦੇ ਪਾਲਿਸੀ ਦੇ ਤਹਿਤ ਵੀ ਜਿਹੜੀ ਕਿਸਾਨਾਂ ਦਾ 70,000 ਬਾਰਡਰ ਬਿਲਟ ਦਾ ਜ਼ਮੀਨ ਆ, ਇਹਦਾ ਅਸੀਂ ਕਾਨੂੰਨ ਬਣਾਉਣੇ ਵੀ ਕਿਸਾਨਾਂ ਨੂੰ ਜਿਉਂ ਦਾ ਤਿਉਂ ਰਹੂਗਾ, ਕਿਸਾਨਾਂ ਨੂੰ ਜ਼ਮੀਨ ਜਿਹੜੀ ਵਾਪਸ ਦੇ ਦਿਓ, ਵੀ ਇਹ ਜਿਹੜੀ ਉਹਨਾਂ ਕੋਰਟ ਉਹ ਜਿਹੜਾ ਇੱਕ ਕਾਨੂੰਨ ਲਾਗੂ ਹੋਇਆ ਉਦੋਂ ਹਾਂ ਨਾ ਕਾਨੂੰਨ ਬਣ ਗਿਆ। ਉਹ ਕਾਨੂੰਨ ਬਣਨ ਤੋਂ ਬਾਅਦ ਉਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੇਅਦਬੀ ਹੋ ਗਈ ਤੇ ਸਾਰੀ ਸਰਕਾਰ ਜਿਹੜੀ ਸੀ ਉਧਰ ਉਲਝ ਕੇ ਰਹਿ ਗਈ, ਤੇ ਉਹ ਜਿਹੜਾ ਕਾਨੂੰਨ ਸੀ ਥੱਲੜੇ ਪੱਧਰ ਤੇ ਲਾਗੂ ਨਹੀਂ ਹੋ ਸਕਿਆ। ਕਾਨੂੰਨ ਬਣਿਆ ਜ਼ਮੀਨੀ ਪੱਧਰ ਤੇ ਲਾਗੂ ਨਹੀਂ ਹੋਇਆ, ਜ਼ਮੀਨੀ ਪੱਧਰ ਤੇ ਨਹੀਂ, ਕਾਗਜ਼ਾਂ 'ਚ ਲਾਗੂ ਹੋ ਗਿਆ, ਕਾਗਜ਼ਾਂ 'ਚ ਲਾਗੂ ਹੋ ਗਿਆ। ਅਸੀਂ ਕਈ ਵਾਰੀ ਚੰਡੀਗੜ੍ਹ ਜਾ ਕੇ ਵੀ ਮਿਲੇ ਆ ਇਸੇ ਮਹਿਕਮੇ ਨੂੰ, ਮਾਲ ਮਹਿਕਮੇ ਨੂੰ, ਉਹ ਕਹਿੰਦੇ ਆ ਜੀ ਤੁਹਾਡੀ ਫਾਈਲ ਪੂਰੀ ਰੜੀ ਆ, ਸਾਰਾ ਕੁਝ ਹੋਇਆ, ਸਾਨੂੰ ਕੈਪਟਨ ਸਾਹਿਬ ਤੋਂ ਕਵਾ ਦਿਓ। ਤੁਸੀਂ ਗੁਰਪ੍ਰੀਤ ਕਾਂਗੜ ਨੂੰ ਵੀ ਮਿਲੇ ਇਸ ਗੁਰਪ੍ਰੀਤ ਕਾਂਗੜ ਨੂੰ ਤਾਂ ਮਿਲੇ ਹੀ ਅਸੀਂ, ਪਰ ਗੁਰਪ੍ਰੀਤ ਕਾਂਗੜ ਨੇ ਸਾਨੂੰ ਜਵਾਬ ਉਹਨੂੰ ਪਤਾ ਨਹੀਂ ਉਹਦਾ ਖਣੀ ਕਿੱਦਾਂ ਦਾ ਮੰਤਰੀ ਬਣਾ ਰੱਖਿਆ, ਉਹਨੂੰ ਇਹ ਮੁੱਦੇ ਦਾ ਪਤਾ ਹੀ ਨਹੀਂ। 70,000 ਪੰਜਾਬ ਦਾ ਕਿੱਲਾ ਹੋਵੇ, ਕਿਸਾਨਾਂ ਦੀ ਇੰਤਕਾਲ ਕੈਂਸਲ ਹੋਈ ਹੋਵੇ, ਤੇ ਉਹ ਜਿਹੜਾ ਗੁਰਪ੍ਰੀਤ ਕਾਂਗੜ ਹੈ ਮੰਤਰੀ ਮਾਲ ਮਹਿਕਮੇ ਦਾ, ਉਹਨੂੰ ਪਤਾ ਹੀ ਨਾ ਹੋਵੇ। ਉਹਦਾ ਬੇਤੁੱਕਾ ਜਿਹਾ ਜਵਾਬ ਸੀ ਵੀ ਮੈਨੂੰ ਤਾਂ ਯਾਰ ਇਹ ਕੇਸ ਦਾ ਪਤਾ ਹੀ ਨਹੀਂ, ਤੁਸੀਂ ਕੈਪਟਨ ਸਾਹਿਬ ਨਾਲ ਗੱਲ ਕਰ ਲਓ। ਤੇ ਕੈਪਟਨ ਸਾਹਿਬ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਇਹੋ ਜਿਹੇ ਨੂੰ ਤੇ ਐਮਐਲਏ ਨੂੰ ਨਹੀਂ ਮਿਲਦੇ, ਤੇ ਸਾਨੂੰ ਕਿੱਥੋਂ ਮਿਲਣਾ ਉਹਨਾਂ। ਸੇਵਕ ਫਿਰ ਤੁਸੀਂ ਚਾਹੇ ਉਹ ਅਕਾਲੀ ਦਲ ਸਰਕਾਰ ਦੇ ਸਮੇਂ ਦਾ ਚਾਹੇ ਮਸਲਾ ਹੈ, ਉਸ ਤੋਂ ਬਾਅਦ ਤੁਸੀਂ ਪਾਰਟੀਆਂ ਦਾ ਘਿਰਾਓ ਵੀ ਕੀਤਾ ਹੋਣਾ, ਵੱਖ-ਵੱਖ ਲੀਡਰ ਮੰਤਰੀ ਤੱਕ ਪਹੁੰਚ ਕੀਤੀ ਹੈ, ਚਾਹੇ ਵਿਰੋਧੀ ਧਿਰ ਦੇ ਹੋਣ, ਚਾਹੇ ਉਹ ਕੋਈ ਵੀ ਪਾਰਟੀ ਨਾਲ ਸੰਬੰਧਤ ਹੋਣ, ਪਰ ਅਜੇ ਤੱਕ ਕਿਸੇ ਪਾਰਟੀ ਨੇ ਅਜੇ ਤੱਕ ਇਹ ਮੁੱਦੇ ਤੇ ਗੱਲ ਹੀ ਨਹੀਂ ਕੀਤੀ, ਸਿਰਫ ਆਪਦੀਆਂ ਰੋਟੀਆਂ ਹੀ ਸੇਕਦੇ, ਪੋਲੀਟਿਕਸ ਕਰ ਰਹੇ ਨੇ। ਮੈਂ ਇਹਦੇ ਤੇ ਵੀ ਦੱਸਦਾ ਕਿ ਅਸੀਂ ਚੁੱਪ ਕਰਕੇ ਕਦੇ ਵੀ ਨਹੀਂ ਬੈਠੇ। ਜਦੋਂ ਦੀ ਪਾਲਿਸੀ ਰੱਦ ਹੋਈ ਆ, ਅਸੀਂ ਬਾਰਡਰ ਬਿਲਟ ਦੀ ਹਮੇਸ਼ਾ ਕਿਸਾਨਾਂ ਦੀ, ਜਦੋਂ ਦਾ ਮੇਰੇ ਕੋਲ ਬਲਾਕ ਦੀ ਸੇਵਾ ਆਈ ਆ, ਮੈਂ ਹਮੇਸ਼ਾ ਸਮੇਂ-ਸਮੇਂ ਤੇ ਕਿਸਾਨਾਂ ਦੀ ਆਵਾਜ਼ ਉਠਾਉਂਦਾ ਰਿਹਾ, ਭਾਵੇਂ ਕੋਈ ਵੀ ਪੋਲੀਟੀਕਲ ਪਾਰਟੀ। ਇਹ ਤੁਹਾਡੇ ਵੱਲੋਂ ਪਹਿਲਾਂ ਉਠਾਇਆ ਗਿਆ? ਨਹੀਂ, ਬਿਲਕੁਲ ਪਹਿਲਾਂ ਵੀ ਅਸੀਂ ਲੜੇ। ਜਦੋਂ ਮੈਂ ਕਿਸਾਨ ਜਥੇਬੰਦੀ 'ਚ ਨਹੀਂ ਕੰਮ ਕਰਦਾ ਸੀ, ਉਦੋਂ ਵੀ ਲੜੇ ਅਸੀਂ ਡੀਸੀ ਦਫ਼ਤਰ ਦੇ ਬੂਹੇ ਅੱਗੇ। ਜਦੋਂ ਦਾ ਮੇਰੇ ਕੋਲ ਬਲਾਕ ਦੀ ਸੇਵਾ ਆਈ ਹੈ, ਕਿਸਾਨ ਜਥੇਬੰਦੀ 'ਚ ਮੈਂ ਕੰਮ ਕਰਨਾ ਸ਼ੁਰੂ ਕੀਤਾ, ਉਦੋਂ ਤੋਂ ਮੇਰੇ ਕੋਲ ਕੋਈ ਵੀ ਕਿਸਾਨਾਂ ਦਾ ਮੁੱਦਾ ਆਵੇ, ਮੈਂ ਉਹਨੂੰ ਲੜਦਾ ਹਾਂ, ਉਹਦੇ ਉੱਤੇ ਕਿਸਾਨਾਂ ਨੂੰ ਹੱਕ ਦਿਵਾਉਣ ਦੀ ਕੋਸ਼ਿਸ਼ ਕਰਦਾ। ਜਿਹੜੀ ਗੱਲ ਤੁਸੀਂ ਪੁੱਛੀ ਵੀ ਪੋਲੀਟੀਕਲ ਪਾਰਟੀ ਨੂੰ ਕਿੱਥੇ ਤੁਸੀਂ ਗਏ, ਪਹਿਲਾਂ ਤਾਂ ਅਸੀਂ ਡੀਸੀ ਕੋਲ ਜਾਂਦੇ ਸੀ, ਡੀਸੀ ਨੂੰ ਮੰਗ ਪੱਤਰ ਦਿੰਦੇ ਸੀ, ਉਹ ਪੰਜਾਬ ਸਰਕਾਰ ਨੂੰ ਭੇਜਦਾ ਸੀ, ਪਰ ਉਹ 'ਤੇ ਕੋਈ ਸੁਣਵਾਈ ਨਹੀਂ ਹੁੰਦੀ ਸੀ। ਫਿਰ ਅਸੀਂ ਆਪਦਾ ਇਰਾਦਾ ਬਣਾਇਆ। ਬਹੁਤ ਸਾਰੇ ਲੋਕ ਤਾਂ ਡਰਦੇ ਨੇ ਪੋਲੀਟੀਕਲ ਪਾਰਟੀਆਂ ਨੂੰ ਘੇਰਨ ਤੋਂ ਕਿ ਪਤਾ ਨਹੀਂ ਯਾਰ ਇਹ ਕਿਸੇ ਕੰਮ 'ਚ ਫਸਾ ਨਾ ਦੇਣ, ਪਰ ਮੈਂ ਇਸ ਚੀਜ਼ ਤੋਂ ਡਰ ਲਾ ਕੇ ਪਹਿਲੋਂ ਬੀਬੀ ਸਤਕਾਰ ਕੌਰ ਨੂੰ ਘੇਰਿਆ, ਉਹ ਤੋਂ ਸਵਾਲ ਪੁੱਛਿਆ ਵੀ ਆਹ ਜਿਹੜਾ 70,000 ਕਿੱਲਾ ਹੈ ਕਿਸਾਨਾਂ ਦਾ, ਇਹਦਾ ਕਾਨੂੰਨ ਬਣਿਆ ਹੋਇਆ, ਤੁਸੀਂ ਦਿੱਲੀ ਨੂੰ ਰੋਈ ਜਾਂਦੇ ਹੋ ਵੀ ਕਿਸਾਨਾਂ ਨਾਲ ਦਿੱਲੀ ਧੱਕਾ ਕਰਦੀ ਜੀ, ਮੋਦੀ ਸਰਕਾਰ ਕਿਸਾਨਾਂ ਦੇ ਬਰਖਲਾਫ ਹੈ, ਤੁਸੀਂ ਕਿੱਥੇ ਖੜੇ ਜੋ? ਤੁਹਾਡਾ ਕਾਨੂੰਨ ਬਣਿਆ ਹੋਇਆ 70,000 ਕਿੱਲਾ ਪੰਜਾਬ ਦਾ ਹੈ, ਪੰਜਾਬ ਗੌਰਨਮੈਂਟ ਨੇ ਕਿਸਾਨਾਂ ਨੂੰ ਪੈਸਾ ਲਿਆ ਹੋਇਆ, ਤੇ ਪੰਜਾਬ ਗੌਰਨਮੈਂਟ ਦਾ ਕਾਨੂੰਨ ਬਣਿਆ ਥੱਲੇ ਲਾਗੂ ਕਰਨਾ, ਤੁਸੀਂ ਕਿਉਂ ਨਹੀਂ ਲਾਗੂ ਕਰਵਾਉਂਦੇ? ਉਹ ਕਹਿੰਦੇ ਜੀ ਸਾਡਾ ਕੈਪਟਨ ਅਮਰਿੰਦਰ ਸਿੰਘ ਸਾਡੀ ਗੱਲ ਸੁਣਦਾ ਨਹੀਂ। ਤੇ ਮੈਂ ਇਹਨੂੰ ਕਿਹਾ ਸੀ ਬੀਬਾ ਵੀ ਜੇ ਤੇਰੀ ਗੱਲ ਸੁਣਦਾ ਨਹੀਂ ਤੇ ਫਿਰ ਸਰਕਾਰ 'ਚੋਂ ਬਾਹਰ ਹੋ ਜਾ, ਤੂੰ ਸਾਡੇ ਲੋਕਾਂ ਦੀਆਂ ਵੋਟਾਂ ਲੈ ਕੇ ਐਮਐਲਏ ਬਣੀ ਹੈ, ਕੋਈ ਕੈਪਟਨ ਅਮਰਿੰਦਰ ਸਿੰਘ ਨੇ ਤੈਨੂੰ ਵੋਟ ਬਣਾ ਕੇ ਐਮਐਲਏ ਨਹੀਂ ਬਣਾਇਆ, ਤੇ ਤੂੰ ਸਾਡੇ ਲੋਕਾਂ ਦੀ ਜਦੋਂ ਗੱਲ ਹੀ ਨਹੀਂ ਸੁਣਨੀ, ਤੇਰੇ ਕੋਲ ਕੀ ਅਧਿਕਾਰ ਹੈ ਫਿਰ ਲੋਕਾਂ ਦੀਆਂ ਵੋਟਾਂ ਲੈਣ ਦਾ? ਫਿਰ ਸਰਕਾਰ ਛੱਡ ਦੇ। ਫਿਰ ਉਸ ਤੋਂ ਬਾਅਦ ਅਸੀਂ ਰਾਣਾ ਗੁਰਮੀਤ ਸਿੰਘ ਸੋਢੀ ਦਾ ਘਿਰਾਓ ਕੀਤਾ। ਹਾਂ ਦੱਸੋ ਇੱਕ ਬੰਦਾ ਆ ਕੇ ਤੁਹਾਨੂੰ ਕੋਲ ਸਮਝਾ ਸਕਦੇ ਹਾਂ ਬਿਲਕੁਲ ਆਓ। ਆਪਣਾ ਨਾ ਇੱਕ 1970 ਦੇ ਵਿੱਚ ਐਕਟ ਬਣਿਆ ਸੀ ਇੰਦਰਾ ਗਾਂਧੀ ਵੱਲੋਂ, ਜਿਹੜੀ ਬਾਰਡਰ ਬਿਲਟ ਜ਼ਮੀਨਾਂ ਦਾ, ਉਹ ਸਮੇਂ ਤੇ ਥੱਲੇ ਆਉਂਦਾ ਰਿਹਾ। ਮੰਨ ਲਓ 94 ਦੇ ਵਿੱਚ ਵੀ ਆਇਆ, 98 ਵਿੱਚ ਵੀ ਆਇਆ, 92 ਵਿੱਚ ਵੀ ਆਇਆ, 2004 ਚ ਵੀ ਆਇਆ, ਉਹ ਚੱਲਦਾ 2007 ਚ ਵੀ ਆਇਆ। ਲੋਕਾਂ ਨੇ ਸਰਕਾਰ ਨੂੰ ਲਗਾਨ ਭਰਿਆ, ਜਿਹਨੂੰ ਆਪਾਂ ਠੇਕਾ ਕਹਿੰਦੇ ਨੇ ਪੰਜਾਬੀ ਚ। ਫਿਰ 15,000 ਰੁਪਇਆ ਗੌਰਨਮੈਂਟ ਦੇ ਕਿੱਲੇ ਪ੍ਰਤੀ ਏਕੜ ਦੇ ਹਿਸਾਬ ਨਾਲ ਬੈਂਕ 'ਚ ਜਮ੍ਹਾਂ ਕਰਵਾ ਕੇ ਗੌਰਨਮੈਂਟ ਦੇ ਖਾਤੇ 'ਚ ਪਵਾਇਆ। ਗੌਰਨਮੈਂਟ ਨੇ ਉਹ ਪਾਲਿਸੀ ਤਹਿਤ ਲੋਕਾਂ ਨੂੰ ਜ਼ਮੀਨਾਂ ਦਿੱਤੀਆਂ, ਰਜਿਸਟਰੀਆਂ ਕਰਵਾਈਆਂ, ਇੰਤਕਾਲ ਕਰਵਾਈ। ਹੋਇਆ ਕੀ ਵੀ ਇੱਕ ਬੰਦਾ ਹੈ ਜਗਰਾਉਂ ਦਾ, ਕੁਲਦੀਪ ਸਿੰਘ ਦੇ ਨਾਂ ਦਾ, ਉਹ ਪਹੁੰਚ ਗਿਆ ਕੋਰਟ। 2007 ਦੀ ਪਾਲਿਸੀ ਨੂੰ ਚੈਲੰਜ ਕਰਤਾ ਉਹਨੇ ਕਿ ਜਿਹੜੀ ਪਾਲਿਸੀ ਸੀ ਕਿਸਾਨਾਂ ਲਈ ਬਣੀ ਸੀ, ਪਰ ਇਹਦੇ ਵਿੱਚ ਕਈਆਂ ਲੋਕਾਂ ਨੇ, ਜਿਹੜੇ ਮੰਨ ਲਓ ਜ਼ਬਰਦਸਤੀ ਲੋਕਾਂ ਨੇ, ਜਾਂ ਮੰਨ ਲਓ ਜਿਹੜੇ ਤਗੜੇ ਲੋਕ ਸੀ, ਉਹਨਾਂ ਸ਼ਾਮਲਾਟ ਜ਼ਮੀਨਾਂ 9 ਕਿੱਲੇ ਹਮਾਲੀ ਦੀ ਆਪਣੇ ਨਾਂ ਕਰਵਾ ਲਈ ਇਸੇ ਪਾਲਿਸੀ ਤਹਿਤ। ਉਹਨੂੰ ਕਿਹਾ, ਉਹਨੇ ਸਾਡੇ ਤੋਂ ਮਹੀਨੇ ਦਾ ਟਾਈਮ ਲਿਆ ਸੀ, ਉਹਨੇ ਕੋਈ ਚੀਜ਼ ਨਹੀਂ ਦੱਸਿਆ। ਉਹ ਤਾਂ ਅੱਜ ਕੱਲ੍ਹ ਤੁਸੀਂ ਵੇਖਦੇ ਵੀ ਵੇਖੋ ਅੱਜ ਸਥਿਤੀ ਕੀ ਆ। ਅੱਜ ਤੁਸੀਂ ਮੀਡੀਆ 'ਚ ਦੇਖਦੇ ਹੋਣੇ ਆ ਵੀ ਜਿੱਥੇ ਕੈਪਟਨ ਅਮਰਿੰਦਰ ਸਿੰਘ ਬੈਠਾ ਹੁੰਦਾ, ਉਹਦੇ ਨਾਲ ਬਿਲਕੁਲ ਰਾਣਾ ਗੁਰਮੀਤ ਸਿੰਘ ਸੋਢੀ ਬੈਠਾ ਹੁੰਦਾ ਨਾ, ਤੇ ਕੀ ਉਹਨੂੰ ਆਪਣੇ ਕੰਮਾਂ-ਕਾਰਾਂ ਦੀ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਦੀ ਕੁਰਸੀ ਬਚਾਉਣ ਲਈ ਬੈਠਾ ਹੁੰਦਾ? ਕਿਸਾਨਾਂ ਦੀ ਗੱਲ ਨਹੀਂ ਕਰ ਸਕਦਾ ਉੱਥੇ? 24 ਘੰਟੇ ਉਹਦੇ ਨਾਲ ਰਹਿੰਦਾ ਕਿਸਾਨ ਹੀ। ਜਦੋਂ ਮੰਗ ਪੱਤਰ ਦਿੱਤਾ, ਵੱਡਾ ਮਸਲਾ ਉਹਨਾਂ ਦੇ ਹਲਕੇ ਦਾ ਵੀ,
ਘੱਟੋ ਘੱਟ 5-7-10,000 ਕਿੱਲਾ ਉਹਨਾਂ ਦੇ ਹਲਕੇ ਦਾ ਵੀ ਹੈ, ਗੁਰੂ ਹਰਸਾਏ ਹਲਕੇ। ਗੁਰਸੇਵਕ ਜੀ, ਤੁਸੀਂ ਜਿਹੜੇ ਆਪਣੇ ਫਿਰੋਜ਼ਪੁਰ ਦੇ ਮੈਂਬਰ ਪਾਰਲੀਮੈਂਟ ਨੇ, ਸਾਬਕਾ ਡਿਪਟੀ ਸੀਐਮ ਰਹਿ ਚੁੱਕੇ ਸੁਖਬੀਰ ਸਿੰਘ ਬਾਦਲ ਨਾਲ ਵੀ ਮਿਲੇ ਹੋ ਜਾਂ? ਦੇਖੋ ਜੀ, ਇੱਥੋਂ ਰਾਣੇ ਤੋਂ ਬਾਅਦ ਅਸੀਂ ਬੀਬੀ ਸਤਕਾਰ ਕੌਰ ਤੋਂ ਘੇਰਨ ਤੋਂ ਬਾਅਦ ਦੋਨਾਂ ਨੂੰ ਮੈਮੋਰੈਂਡਮ ਦਿੱਤਾ। ਉਸ ਤੋਂ ਬਾਅਦ ਅਸੀਂ ਕਈ ਵਾਰੀ ਕੋਸ਼ਿਸ਼ ਕੀਤੀ ਸੁਖਬੀਰ ਸਿੰਘ ਬਾਦਲ ਕੋਲ ਪਹੁੰਚਣ ਦੀ। ਉਹਨਾਂ ਦਾ ਪੀ ਆ ਬਰਾੜ, ਚਰਨਜੀਤ ਬਰਾੜ, ਉਹਨਾਂ ਨਾਲ ਫੋਨ ਤੇ ਗੱਲਬਾਤ ਹੋ ਰਹੀ ਹੈ ਸਾਡੀ। ਪਹਿਲੋਂ ਉਹਨਾਂ ਦਾ ਇਹ ਕਹਿਣਾ ਸੀ ਵੀ ਸਾਡੀ ਸਰਕਾਰ ਬਣੇ ਤੇ ਫਿਰ ਅਸੀਂ ਜਿਹੜੀ ਆ ਤੁਹਾਡਾ ਇਹ ਕੰਮ ਜਿਉਂ ਦਾ ਤਿਉਂ ਕਰ ਦਿਆਂਗੇ, ਸਰਕਾਰ ਬਣਦਿਆਂ ਸਾਰੀ ਕਰ ਦਿਆਂਗੇ। ਅਸੀਂ ਕਿਹਾ, ਮੈਂ ਉਹਨਾਂ ਨੂੰ ਕਿਹਾ ਕਿ ਭਾਜੀ ਚਲੋ ਸਰਕਾਰ ਬਣਨੀ ਵਾਹਿਗੁਰੂ ਦੇ ਹੱਥ ਆ, ਪਤਾ ਨਹੀਂ ਕਿਹਦੇ ਸਿਰ ਤੇ ਤਾਜ ਵੱਜਣਾ ਕਿਹਦੇ ਤੇ ਨਹੀਂ ਵੱਜਣਾ। ਤੁਸੀਂ ਲੋਕਾਂ 'ਚ ਆਉਂਦੇ ਜੋ ਵੋਟਾਂ ਲੈਣੀਆਂ, ਤੁਸੀਂ ਸਰਕਾਰ ਦੇ ਵਿੱਚ ਨਹੀਂ ਜੋ ਵਿਰੋਧੀ ਧਿਰ ਦੇ ਵਿੱਚ ਤਾਂ ਹੈਗੇ, ਜੋ ਸਰਕਾਰ ਦੇ ਕੰਨਾਂ ਤੱਕ ਆਵਾਜ਼ ਤਾਂ ਪਹੁੰਚਾ ਸਕਦੇ ਹੋ ਵੀ ਆਹ 70,000 ਕਿੱਲਾ ਪੰਜਾਬ ਦਾ, ਪੰਜਾਬ ਨੂੰ ਵਾਪਸ ਦਿਓ, ਕਿਸਾਨਾਂ ਨੂੰ ਵਾਪਸ ਦਿਓ। ਤੇ ਉਹਨਾਂ ਨੇ ਫਿਰ ਕਿਹਾ ਵੀ ਚਲੋ ਮੈਂ ਸੁਖਬੀਰ ਜੀ ਨਾਲ ਗੱਲ ਕਰਦਾ, ਪਤਾ ਨਹੀਂ ਹੁਣ ਟਾਈਮ ਮਿਲਦਾ ਜਾਂ ਨਹੀਂ ਮਿਲਦਾ, ਉਹ ਵੀ ਗੱਲ ਦੇ ਵਿੱਚ ਚਰਚਾ 'ਚ ਚੱਲਦੀ ਚੱਲ ਰਿਹਾ। ਤੇ ਉਹ ਭਗਵੰਤ ਮਾਨ ਜੀ ਨੂੰ ਵੀ ਮਿਲੇ ਇਸੇ ਤਰ੍ਹਾਂ ਕਿ ਨਹੀਂ? ਭਗਵੰਤ ਮਾਨ ਜੀ ਨੂੰ ਵੀ ਮਿਲੇ, ਬੜੇ ਕਿਸਾਨੀ ਤੇ ਉਹ ਗੱਲ ਰੱਖਦੇ ਆ ਆਪਣੀ ਹਰ ਜੀ ਉਹਨਾਂ ਨੂੰ, ਤੇ ਮੈਂ ਕਾਗਜ਼ ਤੱਕ ਦੇ ਕੇ ਆਇਆ, ਹੱਥੀਂ ਕਾਗਜ਼। ਉਹਨਾਂ ਦੇ ਚੀਮੇ, ਜਿਹੜਾ ਉਹਨਾਂ ਦਾ ਵਿਰੋਧੀ ਧਿਰ ਦਾ ਨੇਤਾ ਚੀਮਾ, ਉਹਨੂੰ ਵੀ, ਇਹਨਾਂ ਦਾ ਇੱਕ MLA ਕਰਤਾਰ ਸਿੰਘ ਸੰਧਵਾ, ਉਹਨਾਂ ਨਾਲ ਗੱਲ ਕੀਤੀ ਤਾਂ ਕਹਿੰਦੇ ਜਿੰਨੇ ਤੁਹਾਡੇ ਕੋਲ ਕਾਗਜ਼ ਆ ਸਾਰੇ ਮੈਨੂੰ WhatsApp ਕਰ ਦਿਓ। ਉਹਨਾਂ ਨੂੰ ਮੈਂ WhatsApp ਕੀਤੇ। ਉਹ WhatsApp ਕਰਨ ਤੋਂ ਬਾਅਦ ਮੈਂ ਉਹਨਾਂ ਨਾਲ 4 ਵਾਰੀ ਗੱਲ ਕੀਤੀ ਵੀ ਯਾਰ ਤੁਸੀਂ ਇਹ ਕਾਗਜ਼ ਦੇ ਸਟੱਡੀ ਕਰ ਲਓ, ਜੇ ਕੋਈ ਹੋਰ ਚਾਹੀਦਾ ਮੈਂ ਤੁਹਾਨੂੰ ਹੋਰ ਦੇਣਾ। ਤੇ ਉਹ ਕਹਿੰਦੇ ਜੀ ਨਹੀਂ, ਤੁਸੀਂ ਭਗਵੰਤ ਮਾਨ ਨਾਲ ਹੀ ਮਿਲ ਲਓ। ਤੇ ਮੈਂ ਕਿਹਾ ਜੀ ਮੈਂ ਤਾਂ ਉਹਨਾਂ ਨੂੰ ਮਿਲ ਕੇ ਆਇਆ। ਮੈਂ ਕਿਹਾ ਜੀ ਤੁਸੀਂ ਲੋਕਾਂ 'ਚ ਵੋਟਾਂ ਲੈਣਾ, ਵਿਰੋਧੀ ਧਿਰ 'ਚ ਵੀ ਬੈਠੇ ਹੋ। ਹੁਣ ਇਹਨਾਂ ਦੇ ਜਿਹੜੇ ਇੱਥੇ ਲੋਕਲ ਲੀਡਰ ਹੈ ਦਿਹਾਤੀ ਦੇ ਵਿੱਚ, ਮੈਂ ਉਹਨਾਂ ਨੂੰ ਕਿਹਾ ਹੋਇਆ ਭਾਈ ਵੀ ਇਹ 70,000 ਕਿੱਲਾ ਕਿਸਾਨਾਂ ਦਾ, ਦਿਹਾਤੀ ਦੇ ਵਿੱਚ ਵੀ ਏਰੀਆ ਜਿਹੜਾ 7-8-10,000 ਦਾ ਹੁੰਦਾ, ਵੀ ਯਾਰ ਕੁਛ ਤਾਂ ਕੋਸ਼ਿਸ਼ ਕਰਕੇ ਕਿਸਾਨਾਂ ਨੂੰ ਕਿਸਾਨਾਂ ਦੇ ਹੱਕ ਦਿਵਾਓ, ਪੈਸੇ ਦਿੱਤੇ ਹੋਏ ਗਵਰਨਮੈਂਟ ਨੂੰ। ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਦਾ, ਬੀਬੀ ਸਤਕਾਰ ਕੌਰ ਨੂੰ ਮੈਂ ਜਦੋਂ ਘੇਰਿਆ ਸੀ, ਬੀਬੀ ਸਤਕਾਰ ਕੌਰ ਕਹਿੰਦੀ ਵੀ ਜਿਹੜੀ ਕੱਚੀ ਜ਼ਮੀਨ ਆ ਫਿਰ ਤੁਸੀਂ ਕਿਉਂ ਕਹਿੰਦੇ ਵੀ ਇਹ ਕਿਸਾਨਾਂ ਦੇ ਨਾਲ? ਉਹ ਡੀ ਸਾਹਿਬ ਨੂੰ ਕਿਹਾ ਹੋਇਆ ਉਹਦੇ ਵਾਸਤੇ ਪੈਸੇ ਲੋਕੀ ਗਏ ਆ, ਸੀਐਮ ਸਾਹਿਬ ਨੂੰ ਵੀ ਕਿਹਾ, ਔਰ ਉਹਨਾਂ ਦਾ ਜਿਹੜਾ ਛੇਤੀ ਲਾਗੂ ਹੋ ਜੂ। ਜਿਹੜੀਆਂ ਜਿੱਥੇ ਲੋਕ ਬੈਠੇ ਨੇ ਕੱਚੀਆਂ ਜ਼ਮੀਨਾਂ ਸੀਗੀਆਂ ਜਿਹੜੀਆਂ, ਉਹ ਤਾਂ ਸਰਕਾਰ ਨੇ ਲਾਗੂ ਕਰ ਦਿੱਤੀਆਂ ਨੇ। ਜਦੋਂ ਕਿਤੇ ਲਿਆਓ ਕੋਈ ਹੈਗਾ ਨਹੀਂ, ਉਹ ਹਜੇ ਕੋਈ ਨੋਟੀਫਿਕੇਸ਼ਨ ਆਊਗਾ ਨਾ, ਕਹਿ ਤਾਂ ਦਿੱਤਾ ਨਾ ਤੁਸੀਂ ਕਹਿ ਰਹੇ ਹੋ ਇੱਕ ਮਿੰਟ ਯਾਰ, ਜਿਹੜਾ ਤੁਸੀਂ ਨੋਟੀਫਿਕੇਸ਼ਨ ਕਹਿ ਰਹੇ ਹੋ, ਸਰਕਾਰ ਨੇ ਕਿਹਾ ਕੀ ਆ? ਚਲੋ ਸਰਕਾਰ ਤੋਂ ਥੋੜਾ ਸਰਕਾਰ ਦਾ ਪੱਖ ਜਾਗਿਆ ਕਰੋ। ਸਰਕਾਰ ਨੇ ਕਿਹਾ ਵੀ ਜੋ ਸਰਕਾਰੀ ਰੇਟ ਹੈ ਜ਼ਮੀਨ ਦਾ, ਜੋ ਮੰਨ ਲਓ ਕਿ ਇੱਥੇ ਲਗਭਗ 3 ਲੱਖ ਹੈ, ਕਿਸਾਨ 1,60,000 1.5 ਲੱਖ ਰੁਪਈਆ ਦੇਵੇ ਤੇ ਆਪਦੀ ਜ਼ਮੀਨ ਆਪਦੇ ਨਾਂ ਕਰਾ ਲੇ। ਸਾਡੇ ਕੋਲ ਇੰਨਾ ਪੈਸਾ ਹੀ ਨਹੀਂ, ਕਿੱਥੋਂ ਨਾ ਕਰਾ ਲਈਏ? ਅਸੀਂ ਤਾਂ ਪੈਸਾ ਆਲਰੇਡੀ ਸਰਕਾਰ ਨੂੰ ਭਰ ਚੁੱਕੇ ਹਾਂ। ਪਹਿਲਾਂ ਪੈਸੇ ਦੇ ਕੇ ਪੱਕੀ ਪਹਿਲਾਂ ਕਰਾਈਆਂ ਸੀ, ਪੈਸੇ ਦੇ ਕੇ ਚਲੋ ਤੁਹਾਡਾ ਪੁਆਇੰਟ ਨੇ ਅਸੀਂ ਉੱਥੇ ਪਹੁੰਚਾ ਦਿਆਂਗੇ। ਸੀਐਮ ਸਾਹਿਬ ਦੀ ਤੁਹਾਡੀ ਉੱਥੇ ਉਹਨਾਂ ਤੱਕ ਰੱਖਾਂਗੇ, ਠੀਕ ਹੈ? ਜੋ ਤੁਹਾਡੀ ਮੰਗ ਹੈ। ਤੁਸੀਂ ਪਹਿਲਾਂ ਭਾਈ ਸਾਹਿਬ ਨੂੰ ਬਹੁਤ ਵਾਰੀ ਬੇਨਤੀ ਕੀਤੀ, ਅਸੀਂ ਤੁਹਾਡਾ ਕੋਈ ਵਿਰੋਧ ਨਹੀਂ ਕਰਦੇ। ਪਹਿਲੀ ਗੱਲ ਸੁਣ ਲਓ, ਅਸੀਂ ਕੋਈ ਤੁਹਾਡਾ ਇੱਥੇ ਵਿਰੋਧ ਕਰਨੀ ਹੈ ਜਾਂ ਤੁਹਾਡਾ ਕੋਈ ਐਵੇਂ ਨੁਕਸਾਨ ਜਾਂ ਕਿ ਤੁਹਾਡੀ ਬੇਇੱਜ਼ਤੀ ਕਰਨ ਨਹੀਂ ਆਏ। ਸਾਨੂੰ ਕਿਸੇ ਬੰਦੇ ਨੇ, ਸਾਨੂੰ ਪਬਲਿਕ ਨੇ ਇੱਕ ਅਹੁਦਾ ਦਿੱਤਾ ਕਿਸਾਨ ਜਥੇਬੰਦੀ ਦਾ। ਅਸੀਂ ਇਲਾਕੇ ਲੋਕਾਂ ਕੋਲ ਜਾਂਦੇ ਹਾਂ, ਸਾਨੂੰ ਜਿਹੜੀ ਮੁਸ਼ਕਲ ਆਉਂਦੀ ਉਹ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਕੋਈ ਗੱਲ ਨਹੀਂ ਜੀ ਆਇਆ। ਫਿਰ ਜੇ ਅਸੀਂ ਇੰਨੇ ਫੋਨ ਕਰਨ ਦੇ ਬਾਵਜੂਦ ਤੁਸੀਂ ਸਾਨੂੰ ਮਿਲਣਾ ਹੀ ਨਹੀਂ, ਸਾਡੀ ਗੱਲ ਹੀ ਨਹੀਂ ਸੁਣਨੀ, ਤੇ ਫਿਰ ਲੋਕ ਵੋਟ ਵੀ ਤੁਹਾਨੂੰ ਕਿਉਂ ਪਾਉਣਗੇ? ਕਿਉਂ ਪ੍ਰਧਾਨ ਜੀ, ਕਿਹੜਾ ਕਹਿੰਦਾ ਗੱਲ ਨਹੀਂ ਸੁਣੀ? ਤੁਸੀਂ ਮੇਰੇ ਕੋਲੇ ਆਏ ਆ, ਮੇਰੀ ਗੱਲ ਸੁਣੋ। ਦੱਸੋ, ਦਿੱਲੀ ਤੱਕ ਮੈਂ ਤੁਹਾਡੇ ਨਾਲ ਮਦਦ ਕੀਤੀ, ਇੱਥੋਂ ਤੱਕ ਕਿ ਜੋ ਵੀ ਤੁਹਾਡਾ ਕੋਈ ਜਿੰਨੇ ਜੋ ਕਿ ਟੈਲੀਫੋਨ ਫੰਡ ਵੀ ਭੇਜਿਆ, ਤੁਹਾਡੇ ਨਾਲ ਦਿੱਲੀ ਤੱਕ ਵੀ ਗਏ, ਤੁਹਾਨੂੰ ਦਿੱਲੀ ਮਿਲ ਕੇ ਵੀ ਆਇਆ ਮੈਂ। ਮੈਡਮ 2 ਵਾਰੀ ਵੱਖਰੀ ਜਾ ਕੇ ਆਏ, ਮੈਂ ਤੁਹਾਡੇ ਨਾਲ ਵੱਖਰਾ ਜਾ ਕੇ ਆਇਆ। ਫਿਰ ਤੁਸੀਂ ਕਿਵੇਂ ਕਹਿ ਸਕਦੇ ਆ ਵੀ? ਸੁਣੋ ਜੀ, ਮੈਂ ਇਹ ਗੱਲ ਦਾ ਵੀ ਜਵਾਬ ਦਿੰਦਾ, ਦਿੱਲੀ ਜਾਣ ਨਾਲ ਕਿਸਾਨਾਂ ਦਾ 70,000 ਕਿੱਲਾ ਵਾਪਸ ਨਹੀਂ ਹੋਇਆ। ਗੱਲ ਇਹ ਮੇਰੇ ਸਾਡੇ ਨਾਲ ਤੁਸੀਂ ਇੱਕ ਗੱਲ ਕਹਿ ਰਹੇ ਹੋ ਵੀ ਅਸੀਂ ਕਿਸਾਨਾਂ ਦੇ ਨਾਲ ਆ, ਫਿਰ ਕਿਸਾਨਾਂ ਦਾ ਕਿਉਂ ਨਹੀਂ 70,000 ਕਿੱਲਾ ਵਾਪਸ ਹੋ ਰਿਹਾ ਜਨਾਬ? ਦੇਖੋ, ਜੇ ਤਾਂ ਸਾਡੇ ਇਕੱਲੇ ਵਾਸ ਨਹੀਂਗਾ, ਉਹ ਤੁਹਾਨੂੰ ਫਿਰ ਆਪਾਂ ਨੇ ਜਿਹੜੀ ਤੁਹਾਡੀ ਆਵਾਜ਼ ਆ ਇਹ ਕਿਸਾਨਾਂ ਦੀ, ਅਸੀਂ ਵੋਟ ਤੁਹਾਨੂੰ ਪਈ ਆ, ਅਸੀਂ ਤੁਹਾਡੀ ਮੰਗ ਲੈ ਕੇ MLA ਸਾਹਿਬ ਨੂੰ ਭਾਈ ਤੁਹਾਨੂੰ ਭਾਈ ਦੇਖੋ 2 ਮਿੰਟ ਦੇ ਦਿਓ, ਮੈਡਮ ਨਾਲ ਗੱਲ ਕਰ ਲੈਂਦੇ 2 ਮਿੰਟ ਦੇ ਦਿਓ। ਆਪਾਂ ਕਿਹੜੀ ਕੋਈ ਗਲਤ ਗੱਲ ਕਰਨੀ? ਕੋਈ ਗੱਲ ਹੀ ਕਰਦੇ ਆ। ਇੱਥੋਂ ਲੋਕਾਂ ਨੇ ਇਸ ਹਲਕੇ 'ਚੋਂ ਤੁਹਾਨੂੰ ਵੋਟ ਪਾਈ ਹੈ ਤੇ ਕਿਹਦੇ ਕੋਲ ਜਾਣਾ? ਪਹਿਲਾਂ ਕੈਪਟਨ ਹੀ ਕੋਲ ਨਹੀਂ ਜਾਣਾ, ਤੁਹਾਡੇ ਕੋਲ ਜਾਣਾ। ਮੈਂ ਤੁਹਾਡੀ ਗੱਲ ਉਹਨਾਂ ਤੱਕ ਪਹੁੰਚਾ ਦਾਂਗੀ। ਜਿਹੜੀ ਤੁਹਾਡੀ ਗੱਲ ਹੈਗੀ ਆ ਉਹ ਮੈਂ ਤੁਹਾਡੀ ਉਹਨਾਂ ਤੱਕ। ਸਾਡਾ ਮਸਲਾ ਹੱਲ ਕਰਾ ਦਿਓ। ਦੇਖੋ, ਦਿਨਾਂ ਦਾ ਤਾਂ ਮੈਂ ਵੀ ਨਹੀਂ, ਕੋਈ ਟਾਈਮ ਬਾਉਂਡ ਤਾਂ ਹੈ ਨਹੀਂ ਕਿ ਸਰਕਾਰ ਸਾਨੂੰ ਜੋ ਸਰਕਾਰ ਦੇ ਰਹੇ 2-4 ਜੋ ਸਰਕਾਰ ਸਾਨੂੰ ਜਵਾਬ ਦੇਊਗੀ ਉਹ ਅਸੀਂ ਤੁਹਾਨੂੰ ਲਿਆ ਕੇ ਦੇ ਦਾਂਗੇ। ਵੀ ਆਹ ਜਵਾਬ ਅਸੀਂ ਤਾਂ ਤੁਹਾਡੀ ਗੱਲ ਰੱਖ ਸਕਦੇ ਆ ਨਾ, ਅਸੀਂ ਤਾਂ ਤੁਹਾਡੀ ਗੱਲ ਉੱਥੇ ਰੱਖ ਸਕਦੇ ਆ। ਹੁਣ ਦੇਖੋ 6 ਮਹੀਨੇ ਹੋ ਗਏ,
ਕੋਈ ਉੱਪਰ ਸਰਕਾਰ ਭਾਜਪਾ ਵਾਲੇ ਬੈਠੇ, ਉਹਨਾਂ ਨੇ ਕੋਈ 6 ਮਹੀਨੇ ਹੋ ਗਏ ਤਪਦੀਆਂ ਸੜਕਾਂ ਤੇ ਵੀ ਬੈਠੇ ਨੇ ਸਾਡੇ ਕਿਸਾਨ। ਠੀਕ ਹੈ, ਅਸੀਂ ਵੀ ਇੱਕ ਕਿਸਾਨ ਆ, ਸਾਡੀਆਂ ਵੀ ਉਹੀ ਮੁਸ਼ਕਲਾਂ ਨੇ ਜੋ ਤੁਹਾਡੀਆਂ ਨੇ। ਅਸੀਂ ਕੋਈ ਇਹ ਨਹੀਂ ਕਹਿੰਦੇ ਕਿ ਵੀ ਅਸੀਂ ਕਿਹੜਾ ਸੌਖੇ ਹੈਗੇ ਆ। 6 ਮਹੀਨੇ ਹੋ ਗਏ ਆਪਣਾ ਕਿਸਾਨ ਉੱਥੇ ਬੈਠਾ ਹੈ ਨਾ, ਤੇ ਭਾਜਪਾ ਵਾਲੇ ਸਰਕਾਰ ਉੱਤੇ ਸਰਕਾਰ ਬੈਠੀ ਹੈ, ਉਹਨਾਂ ਨੇ ਕੋਈ ਮਸਲਾ ਹੱਲ ਕੀਤਾ? ਜੇ ਇਸ ਤਰ੍ਹਾਂ ਮਸਲੇ ਹੱਲ ਹੁੰਦੇ ਹੋਣ ਤਾਂ ਫਿਰ ਅਸੀਂ ਤਾਂ 1 ਮਿੰਟ 'ਚ ਕਰਵਾ ਲਿਆ। ਕਿ ਅਸੀਂ ਤੁਹਾਨੂੰ ਇਹ ਕਹਿ ਰਹੇ ਹਾਂ ਕਿ ਅਸੀਂ ਤੁਹਾਡਾ ਜਿਹੜਾ ਮੈਮੋਰੰਡਮ ਹੈ ਉਹ ਅਸੀਂ ਸੀਐਮ ਸਾਹਿਬ ਤੱਕ ਗੱਲ ਹੀ ਕੋਈ ਨਹੀਂ ਹੈਗੀ। ਆ ਦੇਖੋ ਕਾਨੂੰਨ ਬਣਿਆ 2016 ਦਾ, ਇਹ ਅਸੀਂ ਤੁਹਾਡੀ ਗੱਲ ਅਸੀਂ ਉਹਨਾਂ ਨਾਲ ਕਰਾਂਗੇ, ਤੁਹਾਡੀ ਗੱਲ ਉਹਨਾਂ ਨਾਲ ਕਰਦੇ ਆ ਜਾ ਕੇ। ਕਾਨੂੰਨ ਬਾਵਜੂਦ ਬਣਦੇ ਕੈਪਟਨ ਸਾਹਿਬ ਨੇ ਕਹਿਣਾ ਕਿ ਇੱਕ ਫੋਨ ਕਾਲ ਕਰਨੀ ਹੈ ਵੀ ਇਹਨੂੰ ਲਾਗੂ ਕਰ ਦਿਓ, ਇਹ ਕਾਨੂੰਨ ਲਾਗੂ ਕਰ ਦਿਓ। ਕਾਨੂੰਨ ਲਾਗੂ ਹੁੰਦੇ ਆ ਜਿਹੜੇ ਤੁਸੀਂ ਉਹ ਸੈਂਟਰ ਵਾਲੀ ਗੱਲ ਕਰ ਰਹੇ, ਸੈਂਟਰ ਤਾਂ ਜੋਰਾਂ ਤੇ ਲੱਗੀ ਹੋਈ ਕਿਸਾਨਾਂ ਨੂੰ ਬਦਨਾਮ ਕਰਨ ਦੇ। ਕੋਈ ਤਾਂ ਕਹਿੰਦਾ ਖਾਲਿਸਤਾਨੀ ਆ, ਕੋਈ ਕਹਿੰਦਾ ਫਿਰ ਤੁਸੀਂ ਤਾਂ ਘੱਟੋ ਘੱਟ ਕਿਸਾਨਾਂ ਦੀ ਸੁਣੋ ਨਾ। ਤੁਸੀਂ ਤਾਂ ਆਪਾਂ ਦੇ ਇੱਥੇ ਪੰਜਾਬ ਗਵਰਨਮੈਂਟ ਦੀ ਗੱਲ ਕਰ ਰਹੇ, ਸੈਂਟਰ ਦੀ ਨਹੀਂ ਕਰ ਰਹੇ। ਇਹ ਪੰਜਾਬ ਗਵਰਨਮੈਂਟ ਦਾ ਕੰਮ ਹੈ, ਸੈਂਟਰ ਦਾ ਕੰਮ ਨਹੀਂ। ਮੈਂ ਉਹੀ ਤਾਂ ਤੁਹਾਡੀ ਗੱਲ ਕਹਿ ਰਹੀ ਹਾਂ, ਮੈਂ ਤੁਹਾਡੀ ਗੱਲ ਸੀਐਮ ਸਾਹਿਬ ਤੱਕ ਪਹੁੰਚਾਊਗੀ। ਚਲੋ ਸਾਨੂੰ 15 ਦਿਨ ਦਾ ਤੁਹਾਨੂੰ ਰਕਬਾ ਦੇਣੇ, 15-20 ਦਿਨ ਚਲੋ 15 ਦਿਨਾਂ ਬਾਅਦ ਤੁਹਾਡੇ ਨਾਲ ਗਵਰਨਮੈਂਟ ਨੇ ਕਾਨੂੰਨ ਬਣਾਤਾ ਵੀ ਇਹ ਜਿਹੜੀ ਕੱਚੀ ਜ਼ਮੀਨ ਹੈ ਇਹਨਾਂ ਨੂੰ ਜਿਹੜੀ ਵਾਪਸ ਕਰ ਦਿੱਤੀ ਜਾਵੇ। ਤੇ ਮੈਂ ਕਿਹਾ ਜੀ ਉਹਦਾ ਕਾਨੂੰਨ ਤੁਸੀਂ ਪੜ੍ਹ ਲਓ ਮਾੜਾ ਜਿਹਾ ਵੀ ਉਹ ਸਰਕਾਰ ਨੇ ਬਣਾਇਆ ਕਿਵੇਂ ਹੈ। ਸਰਕਾਰ ਨੇ ਇਹ ਗੱਲ ਕਹੀ ਆ ਵੀ ਜੇ ਜ਼ਮੀਨ ਦਾ ਰੇਟ 4 ਲੱਖ ਹੈ ਸਰਕਾਰੀ ਰੇਟ, ਤੇ ਉਹ ਅੱਧੇ ਪੈਸੇ ਦੇਵੇ ਗਵਰਨਮੈਂਟ ਨੂੰ ਤੇ ਕਿਸਾਨ, ਤੇ ਫਿਰ ਉਹਦੇ ਨਾਲ ਮਾਲਕੀ ਹੋਊਗੀ। ਤੇ ਅਸੀਂ ਕਹੇ ਜੀ ਅਸੀਂ ਤਾਂ ਪਹਿਲੋਂ ਪੈਸੇ ਦੇ ਚੁੱਕੇ ਹਾਂ। ਫਿਰ ਜਿਹੜੇ ਤੁਸੀਂ ਗੱਲ ਕਰਦੇ ਵੀ 4 ਲੱਖ ਦਾ ਅੱਧ ਦੇਣ 2 ਲੱਖ ਸਰਕਾਰ ਨੂੰ, ਤੇ ਸਰਕਾਰ ਬੋਲੇ ਇੱਥੇ ਉਹਨਾਂ ਕੀ ਜਵਾਬ ਦਿੱਤਾ? ਮੈਂ ਉਹਨੂੰ ਉਹੀ ਦੱਸਿਆ ਵੀ ਜਿਹੜਾ ਤੁਸੀਂ ਕਹਿੰਦੇ ਪਹਿਲੇ ਪੈਸੇ ਅਸੀਂ ਦਿੱਤੇ ਹੋਏ ਆ ਸਾਨੂੰ, ਤੇ ਅਸੀਂ ਤਾਂ ਦੇ ਚੁੱਕੇ ਆ। ਤੁਸੀਂ ਕਹਿੰਦੇ 2 ਲੱਖ ਹੋਰ ਦਿਓ। ਜਿੰਨੇ ਕਿਸਾਨਾਂ ਦੀ ਜ਼ਮੀਨ ਟੁੱਟੀ ਆ ਉਹ ਕਿੰਨੇ ਧੜੱਲੇਦਾਰ ਕਿਸਾਨ ਨੇ, ਇਹ ਵੀ ਸੁਣ ਲਓ। ਕਿਸੇ ਕੋਲ 2 ਕਿੱਲੇ, ਕਿਸੇ ਕੋਲ ਕਿੱਲਾ, ਕਿਸੇ ਕੋਲ 1.5 ਕਿੱਲਾ, ਕਿਸੇ ਕੋਲ 3 ਕਿੱਲੇ। ਇਸੇ ਤਰ੍ਹਾਂ ਜਿਹੜੀ 70,000 ਏਕੜ ਹੈ ਜਿਹੜੀ ਐ ਫੈਲੀ ਹੋਈ ਹੈ, ਤੇ ਕਿਸਾਨਾਂ ਕੋਲ ਤਾਂ ਪੈਸਾ ਅਸੀਂ ਕਿਵੇਂ ਕਹਿ ਸਕਦੇ? ਤਾਂ ਵਿਚਾਰ ਨੂੰ ਕਹੇ ਵੀ ਇੰਨੀ ਤਾਂ ਆਮਦਨ ਨਹੀਂ ਹੈਗੀ, ਪਹਿਲੀ ਵੇਚ ਕੇ ਜ਼ਰੂਰ ਦੇ ਸਕਦੇ ਆ। ਜਿਹੜੇ ਜਵਾਬ ਦਿੱਤਾ ਉਹਨਾਂ ਫਿਰ ਉਹਨਾਂ ਕੋਲ ਕੋਈ ਗੱਲ ਹੀ ਨਹੀਂ ਹੈਗੀ, ਜਵਾਬ ਹੀ ਨਹੀਂ ਆਇਆ ਉਹਨਾਂ ਨੂੰ ਕੋਈ ਇਹੋ ਜਿਹਾ ਕਿ ਉਹ ਕੀ ਮੈਨੂੰ ਦੱਸ ਸਕਣ। ਉਹ ਚੁੱਪ ਹੀ ਕਰਕੇ ਇਹ ਤਾਂ ਹੁਣ ਚਲੋ ਮਸਲਾ ਤੁਸੀਂ ਦੱਸ ਹੀ ਚੁੱਕੇ ਹੋ। ਫਿਰ ਇਸੇ ਸੰਬੰਧ ਤੁਸੀਂ ਹੁਣ ਕੁਝ ਵੱਡਾ ਵੀ ਕਰਨ ਜਾ ਰਹੇ ਹੋ। ਆਉਣ ਵਾਲੇ ਸਮੇਂ 'ਚ 70,000 ਏਕੜ ਰਕਬਾ ਕੋਈ ਛੋਟਾ ਨਹੀਂ ਅਸੀਂ ਕਹਿ ਸਕਦੇ। ਇੰਨਾ ਰਕਬਾ ਕਿਸਾਨ ਬਿਨਾਂ ਮਾਲਕਾਨੀ ਤੋਂ ਵਾਹ ਰਿਹਾ ਹੈ। ਅਸਲ 'ਚ ਜਗ੍ਹਾ ਵੀ ਉਹਨਾਂ ਦੀ, ਜ਼ਮੀਨ ਵੀ ਉਹਨਾਂ ਦੀ, ਤੇ ਖੱਜਲ ਖਵਾਲ ਉਹਨਾਂ ਨੂੰ ਹੋਣਾ ਪੈ ਰਿਹਾ, ਤੇ ਸਰਕਾਰ ਗੱਲ ਨਹੀਂ ਸੁਣਦੀ। ਦੇਖੋ ਜੀ ਸਾਡੇ ਕੋਲ ਤਾਂ ਹੁਣ ਸਾਹੀਂ ਦਰਵਾਜ਼ੇ ਖੜਕਾ ਰਹੇ ਹਰ ਇੱਕ ਵਿਰੋਧੀ ਧਿਰ ਹੋਵੇ, ਸਰਕਾਰ ਹੋਵੇ, ਅਕਾਲੀ ਦਲ ਹੋਵੇ, ਆਮ ਪਾਰਟੀ ਹੋਵੇ, ਸਾਡੀ ਕੋਈ ਗੱਲ ਨਾ ਕੋਈ ਨਾ ਲਵੇ, ਨਹੀਂ ਲੈਂਦਾ ਤਾਂ, ਪਰ ਵੋਟਾਂ ਲੈਣ ਕਿੱਥੇ ਆਉਣਾ? ਮਤਲਬ ਨਹੀਂ ਸਾਰੇ ਤੱਕ ਕਿਸੇ ਨੇ ਲਈ ਵੋਟਾਂ ਲੈਣ ਕਿੱਥੇ ਆਉਣਾ? ਸਾਡੇ ਕੋਲ ਹੀ ਆਉਣਾ ਨਾ। ਫਿਰ ਅਸੀਂ ਪਿੰਡਾਂ 'ਚ ਇਹਨਾਂ ਨੂੰ ਸਵਾਲ ਜਵਾਬ ਕਰਾਂਗੇ, ਪਿੰਡਾਂ 'ਚੋਂ ਭਜਾਵਾਂਗੇ। ਜਦੋਂ ਸਾਡੀ ਕੋਈ ਗੱਲ ਨਹੀਂ ਸੁਣਦਾ ਫਿਰ ਇਹਨਾਂ ਨੂੰ ਵੋਟਾਂ ਥੋੜ੍ਹੀ ਦੇਵਾਂਗੇ। ਜਿਹੜੀ ਸੜਕ ਰਾਹੀਂ ਆਉਣਗੇ ਉਸੇ ਸੜਕ ਰਾਹੀਂ ਭਜਾਵਾਂਗੇ। ਇਹ ਗੱਲ ਪੋਲੀਟੀਕਲ ਪਾਰਟੀਆਂ ਸਾਰੀਆਂ ਨੋਟ ਕਰ ਲੈਣ। ਆਉਣਾ ਕਿੱਥੇ ਆ? ਸਾਡੇ ਪਿੰਡਾਂ 'ਚ ਬਾਰਡਰ ਬਿਲਟ 'ਤੇ ਵੋਟਾਂ ਲੈਣ। ਜਦੋਂ ਉਦੋਂ ਆ ਗਏ ਫਿਰ ਜਿੱਦਾਂ ਸਾਡੇ ਨਾਲ ਕਰਦੇ ਉਵੇਂ ਇਹਨਾਂ ਨਾਲ ਕਰਾਂਗੇ। ਮੁਕੰਮਲ ਬਾਈਕਾਟ ਕਰੋਗੇ? ਬਾਈਕਾਟ ਨਹੀਂ, ਇਹਨਾਂ ਨੂੰ ਆਹ ਸਵਾਲ ਜਵਾਬ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਇਹਨਾਂ ਦੇ ਸਵਾਲ ਜਵਾਬ ਪੁੱਛਾਂਗੇ। ਅਸੀਂ ਤੁਹਾਡੇ ਬੂਹੇ ਤੇ ਗਏ ਆ, 2-2 ਘੰਟੇ ਬੈਠ ਕੇ ਆਏ ਆ, ਸਾਡਾ ਕੀ ਕੀਤਾ? ਜੇ ਤੂੰ ਸਾਡਾ ਕੁਝ ਨਹੀਂ ਕੀਤਾ ਤੇ ਸਾਡੇ ਕੋਲ ਕੀ ਲੈਣਾ ਆਏ ਹੋ? ਜੀ ਗੁਰਸੇਵਕ, ਤੁਸੀਂ ਸਮਾਂ ਕੱਢਿਆ, ਕਿਸਾਨਾਂ ਦੀ ਜਿਹੜੀ ਚਰਚਾ ਤੁਸੀਂ ਸਾਡੇ ਨਾਲ ਕੀਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਥੈਂਕ ਯੂ। ਕਰਦੇ ਹਾਂ ਕਿ ਤੁਹਾਡਾ ਇਸ ਜੋ ਵਿਸ਼ਾ ਹੈ, ਜੋ ਜਿਸ ਤੇ ਤੁਸੀਂ ਇੰਨੀ ਮੰਗ ਕਰ ਰਹੇ ਹੋ, ਇੰਨਾ ਰਕਬਾ ਵੱਡਾ ਕਿਸਾਨ ਤੁਹਾਡੇ ਨਾਲ ਹੈ, ਜ਼ਰੂਰ ਆਉਣ ਵਾਲੇ ਸਮੇਂ 'ਚ ਮਸਲਾ ਹੱਲ ਹੋਵੇਗਾ। ਬਿਲਕੁਲ ਜੀ, ਅਸੀਂ ਤਾਂ ਚਾਹੁੰਦੇ ਹਾਂ ਵੀ ਕਿਸਾਨ ਵਿਚਾਰਾ ਬੜੀ ਮਿਹਨਤ ਕਰਕੇ ਆਪਦੀ ਰੋਟੀ ਰੋਜੀ ਗੁਜ਼ਾਰਾ ਕਰਦਾ, ਫਿਰ ਵੀ ਉਸ ਤੋਂ ਬਾਵਜੂਦ ਵੀ ਸਰਕਾਰ ਨੂੰ ਪੈਸੇ ਭਰੇ ਨੇ ਹਜ਼ਾਰਾਂ ਰੁਪਈਆਂ ਦੇ ਹਿਸਾਬ ਨਾਲ, ਤੇ ਸਟਾਮਾਂ ਦੇ ਵੱਖਰੇ ਪੈਸੇ ਨੇ। ਇੱਕ ਕਿੱਲਾ ਜਿਹੜਾ ਕਿਸਾਨ ਨੂੰ 50-50, 60-60 ਹਜ਼ਾਰ 'ਚ ਰੁਪਈਆ ਪਿਆ। ਕਿ ਕੋਈ ਭ੍ਰਿਸ਼ਟਾਚਾਰ ਵੀ ਸਾਡੇ ਦੇਸ਼ 'ਚ ਹੈਗਾ ਨਾ। ਕੱਲਾ ਸਰਕਾਰ ਨੂੰ ਨਹੀਂ ਦਿੱਤੇ, ਪਟਵਾਰੀਆਂ ਵੀ ਲੈ ਗਏ, ਤਹਿਸੀਲਦਾਰ ਵੀ ਲੈ ਗਏ, ਡੀਸੀ ਤੱਕ ਫਾਈਲ ਪਾਸ ਹੋਈ ਆ, ਡੀਸੀ ਤੱਕ ਲੈ ਗਏ ਪੈਸੇ। ਇੱਕ ਕਿੱਲਾ ਜਿਹੜਾ 70-70, 60-60 ਹਜ਼ਾਰ ਰੁਪਈਆ ਪਿਆ। ਗੁਰਸੇਵਕ ਜੀ, ਇਹ ਸਰਕਾਰੀ ਕਾਗਜ਼ ਸਾਡੇ ਕੋਲ ਆ, ਚਾਹੀਦੇ ਤੇ ਸਰਕਾਰੀ ਮੋਹਰ ਲੱਗੀ ਹੈ। SBI ਬਹੁਤ ਵੱਡਾ ਬੈਂਕ ਆ ਸਾਡੇ ਦੇਸ਼ ਦਾ, ਪਰ ਵੀ ਫਿਰ ਵੀ ਇਹਦੀ ਵੈਲਿਊ ਨਹੀਂ ਹੈਗੀ ਦਫ਼ਤਰਾਂ ਦੇ ਵਿੱਚ। ਜੇ ਅਸੀਂ ਕਹੀਏ ਜਾਂ ਤੁਸੀਂ ਦਿਖਾ ਦਿਓ ਵੀ ਆ ਮਾਲਕਾਨੀ ਵੀ ਸਾਡੇ ਕੋਲ, ਅਸੀਂ ਪੈਸੇ ਵੀ ਭਰ ਚੁੱਕੇ ਹਾਂ, ਇਹ ਕਾਗਜ਼ ਮੈਂ ਸਮਝਦਾ ਵੀ ਫਿਰ ਰੱਦੀ ਨੇ ਜੀ। ਜਿਵੇਂ ਆਪਾਂ ਸਬੂਤ ਦੇ ਤੌਰ ਤੇ ਤਾਂ ਸਾਡੇ ਕੋਲ ਨੇ, ਪਰ ਕਿਸਾਨਾਂ ਵਾਸਤੇ ਰੱਦੀ ਜਿਨ੍ਹਾਂ ਨੇ ਇੰਨੇ ਪੈਸੇ ਭਰੇ ਆ। ਰੱਦੀ ਕਹਿ ਸਕਦੇ, ਹੋਰ ਇਹਨੂੰ ਕਹਿ ਕੀ ਸਕਦੇ ਆ? ਦੇਖੋ ਮੈਂ ਸਮਝਦਾ ਵੀ ਕਾਨੂੰਨ ਬਣ ਜਾਂਦੇ ਆ। ਮੈਂ ਤੁਹਾਨੂੰ ਇੱਥੇ ਗੱਲ ਦੱਸਦਾ, ਹੁਣ ਰੱਦੀ ਤੁਸੀਂ ਇਹਨੂੰ ਕਿਉਂ ਕਹਿ ਸਕਦੇ ਹੋ? ਦੇਖੋ ਅਸੀਂ ਜੱਟ ਜ਼ਿਮੀਂਦਾਰ ਆ, ਜੱਟ ਨਾਲ ਸੰਬੰਧ ਰੱਖਦੇ ਹਾਂ, ਜਾਂ ਕਿਸੇ ਬੇਟੀ ਦਾ ਆਪਦੀ ਦਾ ਰਿਸ਼ਤਾ ਕਰਨਾ ਹੋਵੇ, ਜਾਂ ਸਾਡੇ ਮੁੰਡੇ ਨੂੰ ਕਿਸੇ ਨੇ ਰਿਸ਼ਤਾ ਕਰਨਾ ਹੋਵੇ, ਉਹ ਸਿੱਧਾ ਜਾ ਕੇ ਕਾਰੋਬਾਰ ਪੁੱਛਦਾ, ਕੋਈ ਵੀ ਬੰਦਾ ਹੋਵੇ ਵੀ ਹਾਂ ਵੀ ਤੁਹਾਡੇ ਕੋਲ ਜ਼ਮੀਨ ਕਿੰਨੀ। ਅਸੀਂ ਭਾਵੇਂ ਉਹਨਾਂ ਲੱਖ ਦੱਸ ਦਈਏ, ਸਾਡੇ ਕੋਲ 2 ਕਿੱਲੇ, 4 ਕਿੱਲੇ, 5 ਕਿੱਲੇ। ਅੱਜ ਕੱਲ੍ਹ ਪੜ੍ਹੇ ਲਿਖੇ ਦਾ ਜ਼ਮਾਨਾ, ਉਦੋਂ ਨੈੱਟ ਤੋਂ ਸਰਚ ਮਾਰਦੇ ਆ ਵੀ ਇਹਦੇ ਕੋਲ ਜ਼ਮੀਨ ਹੈਗੀ ਆ, ਤੇ ਉਹ ਬੋਲਦੀ ਹੀ ਨਹੀਂ, ਕਿਉਂਕਿ ਅੰਤ ਉਹ ਬੋਲਦੀ ਹੀ ਨਹੀਂ। ਇਸੇ ਚੱਕਰ 'ਚ ਉਹ ਨੁਕਸਾਨ ਹੋ। ਦੇਖੋ ਜੀ, ਸਾਡੇ ਬੱਚਿਆਂ ਨੂੰ ਰਿਸ਼ਤੇ ਤੱਕ ਨਹੀਂ ਹੁੰਦੇ,
ਰਿਸ਼ਤੇ ਤੱਕ ਨਹੀਂ ਹੁੰਦੇ, ਲੋਕ ਜਵਾਬ ਦੇ ਜਾਂਦੇ ਵੀ ਤੁਸੀਂ ਝੂਠ ਬੋਲਦੇ ਹੋ। ਹੁਣ ਸਾਡੀ ਅਸੀਂ ਵਾਹੁਣ ਨੇ ਪਹਿਲੀ ਇਹ ਥੋੜਾ ਕਿਸੇ ਨੇ ਵੇਖਣੇ, ਕਾਗਜ਼ ਵੇਖਣੇ ਆ ਤੇ ਕਾਗਜ਼ ਸਾਡੇ ਨਾਲ ਬੋਲਦੇ ਨਹੀਂ ਤੇ ਗਵਰਨਮੈਂਟ ਸਾਡੇ ਕਾਗਜ਼ ਦੱਬ ਕੇ ਬੈਠੀ ਹੈ ਤੇ ਗਵਰਨਮੈਂਟ ਸੁਣਦੀ ਨਹੀਂ ਤੇ ਇਹ ਕਹੀ ਜਾਂਦੀ ਵੀ ਦਿੱਲੀ ਨਹੀਂ ਸੁਣਦਾ, ਦਿੱਲੀ ਨਹੀਂ ਸੁਣਦਾ ਤੇ ਪੰਜਾਬ ਕਿਹੜਾ ਸੁਣਦਾ। ਚਾਹੇ ਕਾਨੂੰਨ ਲਾਗੂ ਹੋਵੇ ਜਾਂ ਕਾਗਜ਼ ਤੁਹਾਡੇ ਕੋਲ ਨੇ ਕਾਨੂੰਨ ਦੇ ਵੀ ਜਿਹੜੇ ਲਾਗੂ ਕੀਤੇ ਨੇ, ਪਰ ਜ਼ਮੀਨੀ ਪੱਧਰ ਤੇ ਉਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ ਕਾਗਜ਼ਾਂ ਦੀ। ਬਿਲਕੁਲ ਜੀ, ਜਦ ਤੱਕ ਸਾਨੂੰ ਸਾਡਾ ਹੱਕ ਹੀ ਨਹੀਂ ਮਿਲਦਾ ਇਹ ਤਾਂ ਕੀ ਹੈ ਰੱਦੀ, ਇਹ ਤਾਂ ਤੁਹਾਨੂੰ ਅਸੀਂ ਦਿਖਾਉਣ ਲਈ ਕਿਹਾ, ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਕਿਹਾ ਕਿ ਆਹ ਦੇਖੋ ਸਾਡੇ ਕੋਲ ਸਭ ਕੁਝ ਹੈਗਾ, ਪੈਸੇ ਲੈ ਚੁੱਕੇ, ਸਭ ਕੁਝ ਲੈ ਚੁੱਕੇ, ਫਿਰ ਤੁਸੀਂ ਕਿੱਥੇ ਸੁੱਤੇ ਹੋ। ਮੋਹਰ ਤੋਂ ਉੱਤੇ ਤਾਂ ਨਹੀਂ ਕੁਝ ਹੋ ਸਕਦਾ। ਮੈਂ ਆਪਦੇ ਸਾਥੀ ਨੂੰ ਜ਼ਰੂਰ ਕਹਾਂਗਾ ਤਸਵੀਰ ਦਿਖਾ ਦੇਣ ਕਿ ਕਿਵੇਂ ਇੱਕ ਮੋਹਰ ਤੋਂ ਉੱਤੇ ਕੁਝ ਨਹੀਂ ਹੁੰਦਾ। ਕਿੰਨੀਆਂ ਵਾਰ-ਵਾਰ ਜਿਹੜੀਆਂ ਫੀਸਾਂ ਜਿਹੜੀਆਂ ਕਾਗਜ਼ਾਂ ਦੀਆਂ ਨੇ ਦੇਖ ਸਕਦੇ ਹੋ, ਜਾਂ ਸਰਕਾਰ ਵੱਲੋਂ ਲਾਟ ਕੀਤੇ ਕਿ ਵੀ ਹੁਣ ਇਹ ਮਾਲਕਾਨੀ ਤੁਹਾਡੀ ਹੈ। ਇਸ ਤਰੀਕੇ ਨਾਲ ਜਿਹੜੇ ਕਾਗਜ਼ ਨੇ ਅੱਜ ਆਹ ਨੰਬਰ ਦੇਖ ਸਕਦੇ ਹੋ, ਖਸਰਾ ਨੰਬਰ ਨੇ ਜਿਹੜੇ ਦੇਣੇ ਫਿਰ ਵਾਪਸ ਲੈ ਲੈਣੇ। ਮੈਨੂੰ ਤਾਂ ਹੈਰਾਨਗੀ ਵਾਲੀ ਗੱਲ ਹੈ ਕਿ ਕਿਸ ਤਰੀਕੇ ਨਾਲ ਕੀ ਬਣ ਰਿਹਾ। ਦੇਖੋ ਆ ਇਹ ਤੋਂ ਵੱਡੀ ਜਮ੍ਹਾਂਬੰਦੀ ਤੋਂ ਤਾਂ ਨਹੀਂ ਉੱਤੇ ਕੋਈ ਚੀਜ਼ ਹੁੰਦੀ ਵੀ ਸਾਡੇ ਨਾਂ ਹੈ। ਗੁਰਸੇਵਕ ਚਲੋ ਅਸੀਂ ਆਉਣ ਵਾਲੇ ਸਮੇਂ 'ਚ ਜ਼ਰੂਰ ਇਸੇ 'ਤੇ ਫਿਰ ਵੱਡੀ ਚਰਚਾ ਕਰਾਂਗੇ। ਕਿਤੇ ਵੀ ਤੁਹਾਨੂੰ ਜ਼ਰੂਰਤ ਪੈਂਦੀ ਹੈ, PBC ਕਿਸਾਨਾਂ ਦੀ ਆਵਾਜ਼ ਹੈ, ਕਿਸਾਨਾਂ ਦੇ ਨਾਲ ਗੱਲ ਕਰਦਾ, ਤਾਂ ਤੁਸੀਂ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਤੁਹਾਡਾ ਵੀ, ਤੁਸੀਂ ਵੀ ਕਿਸਾਨਾਂ ਦੀ ਆਵਾਜ਼ ਚੱਕੀ ਤੇ ਮੈਨੂੰ ਆਸ ਹੈ ਗਾਂ ਵੀ ਚੁੱਕਦੇ ਰਹੋਗੇ। ਤਾਂ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਉੱਤੇ ਕਿੱਡੀ ਵਿਪਤਾ ਹੈ। ਚਾਹੇ ਉਹ ਕਾਲੇ ਕਾਨੂੰਨਾਂ ਦੀ ਅਸੀਂ ਗੱਲ ਕਰ ਲਈਏ, ਚਾਹੇ ਉਹ ਅਸੀਂ ਇੱਥੇ ਪੰਜਾਬ ਦੇ ਵਿੱਚ ਵੇਖੀਏ ਤਾਂ 70,000 ਏਕੜ ਰਕਬਾ ਕੋਈ ਛੋਟਾ ਰਕਬਾ ਨਹੀਂਗਾ, ਜਿਸ ਦੇ ਵਿੱਚ ਬਾਰਡਰ ਬੈਲਟ ਦੇ ਕਿਸਾਨ ਇੰਨੀ ਦੁਬਿਧਾ ਦੇ ਵਿੱਚ ਹੈ। ਤੇ ਹੁਣ ਲੀਡਰ ਜਿਹੜੇ ਆ ਸੋਚ ਸਮਝ ਕੇ ਇਹਨਾਂ ਦੇ ਪਿੰਡਾਂ ਦੇ ਵਿੱਚ ਵੜਨ ਤਾਂ ਜੋ ਆਪਦਾ ਬਚਾਅ ਕਰਨਾ। ਜੇ ਕੁਛ ਜਾ ਕੇ ਤੁਸੀਂ ਵੋਟਾਂ ਮੰਗਣੀਆਂ ਨੇ, ਪਹਿਲਾਂ ਜਿਹੜੇ 4 ਸਾਲ ਕੁਛ ਕੀਤੇ ਨਹੀਂ, ਇਹਨਾਂ ਵਾਸਤੇ ਕੁਛ ਕਰੋ। ਅੱਜ ਤੁਸੀਂ ਵੋਟਾਂ ਦੇ ਵੇਲੇ ਆਣ ਕੇ ਯਾਦ ਕਰੋ ਤਾਂ ਇੱਕ ਬੜੀ ਗਲਤ ਗੱਲ ਹੈ। ਕਾਨੂੰਨ ਲਾਗੂ ਹੋ ਗਿਆ ਪਰ ਜ਼ਮੀਨੀ ਪੱਧਰ ਤੇ ਨਹੀਂ ਲਾਗੂ ਹੋ ਸਕਿਆ, ਤਾਂ ਇਹ ਬੜੀ ਮਾੜੀ ਗੱਲ ਹੈ। CM ਸਾਹਿਬ ਕੁਰਸੀਆਂ ਪਿੱਛੇ ਨਹੀਂ ਸਾਨੂੰ ਲੜਨਾ ਚਾਹੀਦਾ। ਚਾਹੇ ਉਹ ਦੇਖ ਸਕਦੇ ਇਸ ਵਕਤ ਕਾਂਗਰਸ ਦੇ ਵਿੱਚ ਕਿਸ ਤਰ੍ਹਾਂ ਦੀ ਬਗਾਵਤ ਚੱਲ ਰਹੀ ਹੈ, ਸੀਟਾਂ ਉੱਤੇ ਲੜਿਆ ਜਾ ਰਿਹਾ ਕਿ ਪ੍ਰਧਾਨਗੀ ਆ ਜਾਏ, ਸਾਡੇ ਕੋਲ ਆ ਬੰਦਾ ਖੜਾ ਹੈ। ਕਿਸਾਨਾਂ ਦੀ ਕੋਈ ਗੱਲ ਨਹੀਂ, ਸਿਰਫ ਕੁਰਸੀਆਂ ਦੀਆਂ ਗੱਲਾਂ ਕਰਦੇ ਨੇ, ਲੋਕਾਂ ਨਾਲ ਕੀਤੇ ਵਾਅਦਿਆਂ ਤੇ ਕੋਈ ਗੱਲ ਨਹੀਂ ਕਰਦੇ। ਤਾਂ ਤੁਹਾਨੂੰ ਲੱਗਦਾ ਹੈ ਕਿ ਅਸੀਂ ਚੰਗਾ ਕੰਮ ਕਰ ਰਹੇ ਹਾਂ, ਕਿਸਾਨਾਂ ਦੀ ਗੱਲ ਕਰਦੇ ਹਾਂ, ਤਾਂ ਤੁਸੀਂ ਇਸੇ ਤਰ੍ਹਾਂ ਆਪਦਾ PBC ਨੂੰ ਸਾਥ ਦਿੰਦੇ ਰਿਹਾ ਕਰੋ। ਜਾਣੀ ਕਿ ਮੈਨੂੰ ਗੁਰਲਾਲ ਸਿੰਘ ਤੇ ਮੇਰੇ ਸਾਥੀ ਅਰਸ਼ਦੀਪ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹਿਣਾ PBC ਨਿਊਜ਼।